ਗੁਰੂ ਵਾਹਿਗੁਰੂ 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 ਬੰਦਨ ਪਾਦ ਪੰਕਜ ਬੰਦਾਨਾ ਸਿਮਰੋ ਅੰਗਦ ਦੁਖ ਨਿਕੰਦਨਾ ਅਮਰਦਾਸ ਗੋਰ ਹਿਰਦੈ ਧਿਆਵੋ ਗੋਰ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਗਨ ਕੇ ਨਾਸਕ ਬਿਗਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਾਰ ਜੋ ਹਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੁਣ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨਰਾਗ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਣਨ ਸਕਾਂ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਏਕੰਕਾਰ ਸਤਿਗੁਰੂ ਜਿਹ ਪ੍ਰਸਾਦ ਸਜ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਸਾਹਿਬ ਜੀ ਇਤਨੇ ਬਿਖਾ ਦਰੋਗਾ
ਸਭ ਮਿਲ ਹਾਸ ਬਿਲਾਸ ਰਜਾਇਓ। ਦੇਖਤ ਸੁਣਦੇ ਖਾਨ ਅਲਾਇਓ। ਆਤਮ ਮਿਲ ਕੈ ਮਤਾ ਪਕਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ, ਦੋ ਜਹਾਨ ਦੇ ਵਾਲੇ, ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤ ਸੰਗੀ ਜਨੋ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅੱਠ ਗੁਰੂ ਸਾਹਿਬਾਨ ਜੀ ਦੀ ਪਾਵਨ ਚਰਨ ਛੋਹ ਧਰਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਵਿਖੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਆਓ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਦੇ ਨਾਲ ਜੁੜੀਏ। ਜੀਵਨ ਦੀਆਂ ਘੜੀਆਂ ਸਵਾਸਾਂ ਤੇ ਪਲਾਂ ਨੂੰ ਗੁਰੂ ਲੇਖੇ ਲਾਉਣ ਦਾ ਯਤਨ ਕਰੀਏ। ਸਾਰੇ ਮਾਈ ਭਾਈ ਕਰੋ ਰਸਨਾ ਪਵਿੱਤਰ ਲਵਾਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਪਿਆਰ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਛਲੇ ਸਮੇਂ ਦੇ ਅੰਦਰ ਗੁਰੂ ਕਾ ਪਾਵਨ ਲੜੀਵਾਰ ਪ੍ਰਸੰਗ ਸਰਵਣ ਕਰ ਰਹੇ ਸਾਂ। ਸਾਹਿਬ ਸਤਿਗੁਰੂ ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ, ਦੀਨ ਦੁਨੀਨ ਦਾ ਪਾਤਸ਼ਾਹ ਅਤੋਲਾ, ਐਸੇ ਗਰੀਬ ਨਵਾਜ਼ ਸਤਿਗੁਰੂ ਜੀ ਦੇ ਘਰ ਅੰਦਰ ਗੁਰੂ ਕੇ ਪਿਆਰ ਅੰਦਰ ਗੁਰੂ ਕੇ ਪਿਆਰਿਆਂ ਨੇ ਬੜੇ ਕੀਮਤੀ ਦਿਲਬਾਗ ਤੇ ਦਿਲਬਾਗ ਅਤੇ ਗੁਲਬਾਗ ਨਾਮੇ ਦੋ ਘੋੜੇ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਭੇਟਾ ਲਿਆਂਦੇ ਸਨ, ਉਹ ਰਸਤੇ ਦੇ ਅੰਦਰ ਲਾਹੌਰ ਦੇ ਹਾਕਮ ਨੇ ਖੋਹ ਲਏ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਅੰਦਰ ਗੁਰੂ ਘਰ ਦੇ ਪਿਆਰਿਆਂ ਨੇ ਆ ਕਰਕੇ ਬੇਨਤੀ ਕੀਤੀ। ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਨੇ ਬਦਨ ਕੀਤਾ, ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਸਿੱਖੋ, ਤੁਹਾਡੀ ਭੇਟਾ ਗੁਰੂ ਘਰ ਵਿੱਚ ਪਹੁੰਚ ਗਈ ਹੈ। ਇਹ ਜਿਹੜੇ ਹਾਕਮ ਨੇ ਗੁਰੂ ਘਰ ਦੀ ਭੇਟਾ ਖੋਈ ਹੈ, ਕੋਈ ਗੱਲ ਨਹੀਂ, ਇਹ ਭੇਟਾ ਗੁਰੂ ਘਰ ਵਿੱਚ ਪਹੁੰਚ ਜਾਏ। ਇਸੇ ਪ੍ਰਕਾਰ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਸਭਾ ਦੇ ਅੰਦਰ ਵਿਚਾਰ ਕੀਤੀ ਹੈ ਤੇ ਵਿਚਾਰ ਕਰਨ ਤੋਂ ਬਾਅਦ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸੇਵਾ ਲਾਈ ਹੈ ਇਹਨਾਂ ਘੋੜਿਆਂ ਨੂੰ ਲਿਆਉਣ ਵਾਸਤੇ। ਬਾਬਾ ਬਿਧੀ ਚੰਦ ਸਾਹਿਬ ਜੀ ਸਭ ਤੋਂ ਪਹਿਲਾਂ ਕਾਹੀ ਦਾ ਰੂਪ ਬਣਾ ਕਰਕੇ, ਕਸੇਰੇ ਦਾ ਰੂਪ ਬਣਾ ਕਰਕੇ ਲਾਹੌਰ ਦੇ ਵਿੱਚ ਗਏ ਨੇ, ਜਿੱਥੇ ਜਾ ਕਰਕੇ ਬੜਾ ਕੀਮਤੀ ਇਹ ਘਾਹ ਸੋਹਣਾ ਸੋਹਣਾ ਦੇਖ ਕਰਕੇ ਜਿਉਂ ਹੀ ਬਾਦਸ਼ਾਹ ਦੇ ਦਰਬਾਰ ਅੰਦਰ ਕਚਹਿਰੀ ਦੇ ਅੰਦਰ ਜੀਵਾਂ ਦੇ ਵਿੱਚ ਜਾ ਕਰਕੇ ਨੇ ਆਪਣਾ ਆਪ ਪੇਸ਼ ਕੀਤਾ ਹੈ ਤੇ ਇਹਦੀ ਸੇਵਾ ਤੋਂ ਬੜੇ ਸਾਰੇ ਪ੍ਰਭਾਵਿਤ ਹੋਏ। ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘੋੜਿਆਂ ਦਾ ਇਹਨੇ ਭੇਦ ਲਿਆ, ਘੋੜਿਆਂ ਦੀ ਸੇਵਾ ਕਰ ਕਰਕੇ ਉਹਨਾਂ ਨੂੰ ਆਪਣੇ ਪਿਆਰ ਦੇ ਅੰਦਰ ਲਿਆਂਦਾ ਹੈ। ਹੋਇਆ ਉੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਘੋੜਿਆਂ ਦੇ ਨਾਲ ਜਿਹੜੀਆਂ ਕੀਮਤੀ ਕਾਠੀਆਂ ਸਨ ਉਹਨਾਂ ਦੇ ਬਾਬਤ ਵੀ ਭੇਤ ਲੈ ਰਿਹਾ ਹੈ। ਤੇ ਜਿੰਨੇ ਪਹਿਰੇਦਾਰ ਜਿਹੜੇ ਕਿਲੇ ਵਿੱਚ ਰਹਿੰਦੇ ਨੇ
ਜਿਵੇਂ ਜਿਵੇਂ ਇੱਥੇ ਦਾ ਪਹਿਰਾ ਤਗੜਾ ਹੈ, ਕਿਵੇਂ ਇਸ ਥਾਂ ਤੋਂ ਨਿਕਲਣਾ ਹੋਏਗਾ, ਕਿਵੇਂ ਨਾ ਸਾਰਿਆਂ ਨੂੰ ਵਸ ਵਿੱਚ ਕਰਨਾ ਹੋਵੇਗਾ, ਕਿਵੇਂ ਬਾਬਾ ਬਿਧੀ ਚੰਦ ਸਾਹਿਬ ਜੀ ਵਿਉਂਤਾਂ ਬਣਾ ਰਹੇ ਨੇ ਅਤੇ ਕਿਲੇ ਦੇ ਸਾਰੇ ਭੇਦ ਨੂੰ ਪ੍ਰਾਪਤ ਕਰ ਰਹੇ ਨੇ। ਪਿਛਲੇ ਸਮੇਂ ਦੇ ਅੰਦਰ ਇੱਥੋਂ ਤੱਕ ਪਾਵਨ ਪ੍ਰਸੰਗ ਹੋਇਆ ਸੀ। ਆਓ ਅਗਲੇ ਪ੍ਰਸੰਗ ਨੂੰ ਸ਼ਰਧਾ, ਪਿਆਰ, ਸਤਿਕਾਰ ਦੇ ਨਾਲ ਗੁਰੂ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਰਵਣ ਕਰੋ ਜੀ। ਵਾਹਿਗੁਰੂ ਜੀ ਤਨੇ ਬਿਖੈ ਦਰੋਗਾ ਆਇਓ। ਬਾਬਾ ਬਿਧੀ ਚੰਦ ਸਾਹਿਬ ਜੀ ਕਾਹੀ ਦੇ ਰੂਪ ਅੰਦਰ ਪਹਿਰੇਦਾਰਾਂ ਨਾਲ, ਸੇਵਾਦਾਰਾਂ ਨਾਲ ਗੱਲਾਂ ਬਾਤਾਂ ਕਰਦਿਆਂ ਜਦੋਂ 1.25 ਲੱਖ ਦੀ ਕਾਠੀ ਦਾ ਜ਼ਿਕਰ ਸੁਣਿਆ ਤੇ ਬੜੀ ਹੈਰਾਨਗੀ ਦੇ ਨਾਲ ਭੋਲੇਪਨ ਦੇ ਅੰਦਰ ਕਹਿੰਦੇ ਨੇ ਵੀ ਇੰਨੀ ਕੀਮਤ ਕੀ ਇਹੋ ਜਿਹਾ ਕਾਠੀ ਤੇ ਲਾ ਦਿੱਤਾ ਹੋ ਸਕਦਾ, ਕੋਈ 20, ਕੋਈ 30, ਕੋਈ 100 ਤੱਕ ਉਹਦੀ ਕੀਮਤ ਤੇ ਹੋ ਸਕਦੀ, ਉਹ ਤੇ ਖਰਚਾ ਆ ਸਕਦਾ, ਪਰ ਲੱਖ, 1.25 ਲੱਖ ਕੀਮਤ ਕਹਿੰਦੇ ਕੀ ਇਹੋ ਜਿਹਾ ਵਿੱਚ ਉਹਦੇ ਭਰਿਆ ਹੋਏਗਾ। ਨਾਲੇ ਤੇ ਉਹਨਾਂ ਨੂੰ ਹਾਸ ਰਸ ਦੀਆਂ ਗੱਲਾਂ ਸੁਣਾਉਂਦੇ ਤੇ ਨਾਲੇ ਭੋਲੇਪਨ ਦੇ ਅੰਦਰ ਹੈਰਾਨਗੀ ਦੇ ਬੋਲ ਆਖਦੇ ਨੇ। ਆਪਸ ਦੇ ਵਿੱਚ ਮਿਲ ਕਰਕੇ ਇਸ ਤਰ੍ਹਾਂ ਵਿਚਾਰਾਂ ਕਰ ਰਹੇ ਨੇ, ਹੱਸ ਰਹੇ ਨੇ ਤੇ ਕਹਿਣ ਲੱਗਾ ਵੀ ਇਹੋ ਜੀ ਜੇ ਉਹ ਕਾਠੀ ਮੈਨੂੰ ਵੀ ਦਿਖਾਈ ਜਾਵੇ, ਮੈਂ ਦੇਖਾਂ ਤੇ ਸੀ ਉਹਦੇ ਵਿੱਚ ਲੱਗਿਆ ਕੀ ਹੈ। ਕਹਿਣ ਲੱਗੇ ਜੀ ਸਾਡੇ ਵੱਸ ਦੀ ਗੱਲ ਨਹੀਂ, ਇਹ ਤੇ ਦਰੋਗੇ ਜੇ ਆਗਿਆ ਹੋਵੇ ਤੇ ਤਾਂ ਉਹ ਕਾਠੀ ਦਿਖਾਈ ਜਾ ਸਕਦੀ ਹੈ, ਕਿਉਂਕਿ ਦਰੋਗੇ ਉਸ ਖਾਨ ਦੇ ਆਗਿਆ ਦੇ ਵਿੱਚ ਸਾਰੇ ਚੱਲਦੇ। ਇਹਨਾਂ ਨੂੰ ਦਰੋਗਾ ਵੀ ਆ ਗਏ। ਇਹਨਾਂ ਨੂੰ ਆਪਸ ਦੇ ਵਿੱਚ ਹੱਸਦਿਆਂ ਹੋਇਆਂ ਨੂੰ ਦੇਖ ਕਰਕੇ ਦਰੋਗੇ ਨੇ ਕਹਿਣਾ ਕੀਤਾ, ਸਭ ਮਿਲ ਹਾਸ ਬਿਲਾਸ ਰਚਾਇਓ। ਕਹਿਣ ਲੱਗੇ ਤੁਸੀਂ ਸਾਰੇ ਮਿਲ ਕਰਕੇ ਬੜਾ ਹੀ ਹੱਸ ਰਹੇ ਹੋ। ਦੇਖਤ ਸੋਂਦੇ ਖਾਨ ਅਲਾਇਓ। ਸੋਂਦੇ ਖਾਏ ਦਰੋਗਾ ਕਹਿਣ ਲੱਗਾ, ਜਾਂ ਤੁਮ ਮਿਲ ਕੇ ਮਤਾ ਪਕਾਇਓ। ਕਹਿੰਦੇ ਤੁਸੀਂ ਮਿਲ ਕਰਕੇ ਕੀ ਉਹ ਜਿਹਾ ਮਤਾ ਪਕਾਇਆ, ਕੀ ਸਲਾਹ ਕੀਤੀ ਹੈ। ਸੁਨੋ ਖਾਨ ਤੁਮ ਰੱਖਿਓ ਕਸੇਰਾ। ਤੇ ਇਸ ਦਰੋਗੇ ਨੂੰ ਕਹਿਣ ਲੱਗੇ, ਖਾਨ ਜੀ ਆ ਜਿਹੜਾ ਤੁਸੀਂ ਕਸੇਰਾ ਰੱਖਿਆ ਹੋਇਆ ਹੈ, ਭੋਰਾ ਵੱਡ ਸੁਭਾਵ ਕੋ ਹੇਰਾ। ਅਸੀਂ ਦੇਖਿਆ ਬਹੁਤ ਭੋਲੇ ਸੁਭਾਅ ਦਾ ਹੈ ਅਨਕ ਵਾਰਤਾ ਐਸੀ ਕਹ। ਤੇ ਅਨੇਕਾਂ ਹੀ ਵਾਰਤਾ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਕਰਦਾ ਹੈ, ਸਦਾ ਹਸਾਵਤ ਹੀ ਬਹੁ ਰਹਾ। ਤੇ ਸਦਾ ਹੀ ਸਾਨੂੰ ਬੜਾ ਹਸਾਉਂਦਾ ਰਹਿੰਦਾ ਹੈ। ਆਪੀ ਹਟੇ ਹਾਸ ਬਹੁ ਕੀ। ਤੇ ਹੁਣੇ ਹੀ ਅਸੀਂ ਹਟੇ ਹਾਂ, ਬਹੁਤ ਭਾਰੀ ਹਾਸਾ ਕੀਤਾ ਹੈ। ਕੀਮਤ 1.25 ਲੱਖ ਕਿਆ ਜੀਨ। ਤੇ ਕਹਿੰਦੇ ਵੀ 1.25 ਲੱਖ ਕੀਮਤ ਦੀ ਕੀ ਜੀਨ, ਕੀ ਘੋੜੇ ਦੀ ਕਾਠੀ ਹੈ। ਅਸ 20 ਕਾ 100 ਲੱਗ ਜਾਵਾ। ਹੋ ਸਕਦਾ ਹੈ ਕੋਈ 10, ਕੋਈ 20, ਕੋਈ 100 ਲੱਗ ਜਾਏ, ਵੀ ਇੰਨੀ ਤੇ ਕੀਮਤ ਦੀ ਕਾਠੀ ਹੋ ਸਕਦੀ ਹੈ। ਦਰ ਪਿਤੋ ਲਗ ਕਹਾਂ ਬਣਾਵਾ। ਪਰ ਇੰਨਾ ਸਾਰਾ ਧਨ ਜਿਹੜਾ ਹੈ ਉਹਦਾ ਕੀ ਕਾਠੀ ਦਾ ਬਣਾਇਆ ਹੋਏਗਾ, ਕੀ ਉਹਦੇ ਵਿੱਚ ਲਾਇਆ ਹੋਵੇਗਾ ਜਿਹੜੀ ਇੰਨੀ ਕੀਮਤ ਦੀ ਕਾਠੀ ਬਣਾਈ ਹੈ। ਸੁਣ ਤਕ ਸੇਰੇ ਬਾਕ ਬਖਾਨਾ। ਤੇ ਕਸੇਰੇ ਦੇ ਬਚਨ ਸੁਣ ਕਰਕੇ ਕਹਿਣਾ ਕੀਤਾ, ਮੈਂ ਸੁਨ ਮਨ ਮੈਂ ਭਇਓ ਹੈਰਾਨਾ। ਉਸ ਸਮੇਂ ਦੇ ਅੰਦਰ ਬਾਬਾ ਬਿਧੀ ਚੰਦ ਸਾਹਿਬ ਵੀ ਪਾਸ ਖਲੋਤੇ ਹੋਏ ਕਹਿਣ ਲੱਗੇ, ਕਾਈ ਦਾ ਰੂਪ ਬਣਾਇਆ ਹੋਇਆ। ਕਹਿੰਦੇ ਵੀ ਮੈਂ ਇਹ ਗੱਲ ਸੁਣ ਕਰਕੇ ਬੜਾ ਹੈਰਾਨ ਹਾਂ। ਦੇਖਣ ਚਾਹਤ ਦਿਖਾਏ ਨ ਸੋਈ। ਇਹ ਦਰੋਗਾ ਜੀ ਮੈਂ ਦੇਖਣਾ ਚਾਹੁੰਦਾ, ਉਹ ਕਾਠੀ ਮੈਨੂੰ ਕੋਈ ਦਿਖਾਉਂਦਾ ਵੀ ਨਹੀਂ ਹੈ। ਕਹਿਤ ਰਹਿਓ ਨ ਮੰਨੇ ਕੋਈ। ਮੈਂ ਇਹਨਾਂ ਸਾਰਿਆਂ ਨੂੰ ਵਾਰੀ-ਵਾਰੀ ਕਹਿੰਦਾ ਰਿਹਾ, ਪਰ ਮੇਰੀ ਕੋਈ ਵੀ ਗੱਲ ਨਹੀਂ ਮੰਨਦਾ ਹੈ। ਸਕਲ ਆਪ ਕੋ ਨਾਮ ਬਤਾਵਤ। ਤੇ ਅਖੀਰ ਸਾਰੇ ਤੁਹਾਡਾ ਨਾਮ ਹਨ। ਇਹ ਤੁਮਾਰੇ ਬਿਨ ਨਾ ਦਿਖਾਵਤ। ਤੇ ਕਹਿੰਦੇ ਨੇ ਵੀ ਤੁਹਾਡੇ ਕਹਿਣ ਤੋਂ ਬਿਨਾ, ਤੁਹਾਡੀ ਆਗਿਆ ਤੋਂ ਬਿਨਾ ਉਹ ਕਾਠੀਆਂ ਨਹੀਂ ਦਿਖਾਈਆਂ ਜਾ ਸਕਦੀਆਂ। ਮੁਕ ਪੀ ਅਬਲਾਖ ਮਹਾਨਾ। ਤੇ ਦਰੋਗਾ ਜੀ ਮੈਨੂੰ ਬੜੀ ਭਾਰੀ ਅਬਲਾਖਾ ਹੈ ਜਬ ਲਾ ਬਿਖਾਉਣਾ ਮਾਨ ਹੈਰਾਨਾ। ਵੀ ਜਿੰਨਾ ਚਿਰ ਤੱਕ ਮੈਂ ਦੇਖ ਨਹੀਂ ਲੈਂਦਾ, ਮੇਰੀ ਹੈਰਾਨਗੀ ਦੀ ਹੱਦ ਨਹੀਂ ਰਵੇਗੀ। ਕਹਿਣ ਲੱਗੇ ਮੈਂ ਬੜਾ ਹੈਰਾਨ ਹਾਂ ਵੀ ਉਹ ਜੀ ਕਿਹੜੀ ਕਾਠੀ ਹੈ ਜਿਹਦੇ ਤੇ ਇੰਨਾ ਧਨ ਖਰਚ ਕੀਤਾ ਹੈ। ਹੁੰਦੇ ਭਨਿਆ ਈਦ ਜਬ ਆਵਾ। ਦਰੋਗਾ ਕਹਿਣ ਲੱਗਾ ਵੀ ਕਸੇਰਿਆ ਦੇਖ, ਜਦੋਂ ਈਦ ਦਾ ਸਮਾਂ ਆਵੇਗਾ, ਇਸ ਦਿਨ ਜੁਗਲ ਹੈ ਨ ਪਰ ਪਾਵੈ। ਉਸ ਦਿਨ ਦੋਨੋਂ ਘੋੜੇ ਜਿਹੜੇ ਨੇ ਨਾ, ਇਹ ਬੜੇ ਕੀਮਤੀ ਬਾਦਸ਼ਾਹ ਦੇ
ਉਹਨਾਂ ਘੋੜਿਆਂ ਤੇ ਉਹ ਕਾਠੀਆਂ ਪਾਵਾਂਗੇ। ਇਹੋ ਬਿਲੋਕ ਅਜਾਇਬ ਭਾਰ, ਤੇ ਉਹ ਸਮੇਂ ਦੇ ਵਿੱਚ ਬੜੇ ਅਜਬ ਬੜੇ ਹੈਰਾਨ ਕਰ ਦੇਣ ਵਾਲੇ ਘੋੜੇ ਤੇ ਉਹ ਕਾਠੀਆਂ ਜਿਹੜੀਆਂ ਨੇ ਤੂੰ ਦੇਖ ਲੈਣਾ ਕਰੇ। ਜਿਨ ਕੇ ਸਮ ਕਬਹੁ ਨਾ ਨਿਹਾਰ, ਤੇ ਜਿਨ੍ਹਾਂ ਦੇ ਬਰਾਬਰ ਵਾਹਿਗੁਰੂ ਜਿਨ੍ਹਾਂ ਵਰਗੇ ਕਦੀ ਨਹੀਂ ਦੇਖਣਾ ਕੀਤੇ। ਸੁਣਤ ਕਸੇਰੇ ਬਾਗ ਪ੍ਰਕਾਸ਼, ਬਾਬਾ ਬਿਧੀ ਚੰਦ ਸਾਹਿਬ ਜੀ ਸੁਣ ਕੇ ਕਹਿਣ ਲੱਗੇ, ਇਸ ਦਮ ਕਾ ਕਹੋ ਕਿਆ ਪਰਵਾਸਾ। ਕਹਿਣ ਲੱਗੇ ਦਰੋਗਾ ਸਾਹਿਬ ਤੁਸੀਂ ਕਹਿੰਦੇ ਹੋ ਵੀ ਈਦ ਦਾ ਦਿਨ ਆਏਗਾ ਤੇ ਫਿਰ ਦੇਖਿਓ। ਕਹਿੰਦੇ ਵੀ ਇਹ ਸਵਾਸ ਦਾ ਜਿਹੜਾ ਕੀ ਭਰੋਸਾ ਹੈ, ਘੜੀ ਨਾ ਲਾਗੇ ਹੋਏ ਬਿਨਾਸਾ। ਵੀ ਇਹਦੇ ਨਾਸ ਹੋਣ ਲੱਗਿਆਂ ਘੜੀ ਨਹੀਂ ਲੱਗਦੀ। ਅਗਲੇ ਸਵਾਸਾਂ ਦਾ ਕੀ ਪਤਾ ਹੈ ਵੀ ਇਹ ਰਹਿਣਗੇ ਕਿ ਨਹੀਂ ਰਹਿਣਗੇ। ਨਿਸਤ ਆਏ ਕਿਨ ਆਪਣੇ ਸਵਾਸਾ, ਤੇ ਜੇਕਰ ਇਹ ਸਵਾਸ ਇੱਕ ਵਾਰੀ ਨਿਕਲ ਗਏ ਤੇ ਪਤਾ ਨਹੀਂ ਇਹ ਵਾਪਸ ਆਉਣਾ ਕਿ ਨਹੀਂ ਆਉਣਾ। ਕੀਨ ਤਰੀਫ ਜੀਨ ਕੀ ਸਭ ਹੂੰ, ਪਰ ਸਾਰਿਆਂ ਨੇ ਜਿਵੇਂ ਦੀ ਇਸ ਜੀਨ ਦੀ ਜਿਵੇਂ ਦੀ ਇਸ ਕਾਠੀ ਦੀ ਤਾਰੀਫ ਕੀਤੀ ਹੈ। ਓਏ ਹਿਰਦਾਸਨ ਬਿਸਮਿਓ ਤਬ ਹੂੰ, ਮੇਰਾ ਹਿਰਦਾ ਜਿਹੜਾ ਨਾ ਬੜਾ ਭਾਰੀ ਹੈਰਾਨ ਹੋਇਆ ਹੈ। ਗਿਆਨ ਨ ਪਰੇ ਬਿਲੋਕੇ ਬਿਨਾ, ਤੇ ਉਹ ਕਾਠੀ ਦੇਖਣ ਤੋਂ ਬਿਨਾਂ ਇਹੋ ਜੀ ਕੀਮਤ ਵਾਲੀ ਮੈਨੂੰ ਚੈਨ ਨਹੀਂ ਆਉਂਦਾ ਹੈ। ਸਵਾ ਲੱਖ ਤਾਂ ਨਾ ਚਰਜ ਸੁਣਾ, ਮੈਂ ਹੈਰਾਨ ਹੋ ਰਿਹਾ 1.25 ਲੱਖ ਦੀ ਗੱਲ ਸੁਣ ਕੇ ਵੀ 1.25 ਲੱਖ ਧਨ ਉਹ ਕਾਠੀ ਦੇ ਉੱਪਰ ਹੀ ਲਾ ਦਿੱਤਾ ਹੋਏਗਾ। ਇੰਨਾ ਭਾਰੀ ਖਰਚ ਜਿਹੜਾ ਉਹ ਕਾਠੀ ਦਾ ਕੀ ਬਣਾਇਆ ਹੋਏਗਾ, ਕੀ ਉਹਦੇ ਵਿੱਚ ਜੜਿਆ ਹੈ। ਤੁਮਰੇ ਨਿਕਟ ਸਦੀਵ ਰਹਾਉ, ਤੇ ਕਹਿੰਦੇ ਦਰੋਗਾ ਸਾਹਿਬ ਦੇਖੋ ਮੈਂ ਤੁਹਾਡੇ ਪਾਸ ਸਦਾ ਹੀ ਰਹਿੰਦਾ ਹਾਂ। ਅਸ ਪੀ ਨਹੀਂ ਕਾਮਨਾ ਪਾਉ, ਤੇ ਜੇ ਐਸੀ ਕਾਮਨਾ ਵੀ ਪ੍ਰਾਪਤ ਨਾ ਹੋਣਾ ਕੀਤੇ ਜਾਂ ਤੇ ਆਇਸ ਦੀਜੈ ਫਿਰ ਖਾਨ। ਕੀ ਫਾਇਦਾ ਇੱਥੇ ਰਹਿਣ ਦਾ, ਇੰਨੀ ਭਾਰੀ ਸੇਵਾ ਕਰਨ ਦਾ ਜੀ। ਕਹਿਣ ਲੱਗੇ ਮੈਂ ਭੋਲਾ ਭਾਲਾ ਤੁਹਾਡਾ ਕਸੇਰਾ ਹੈ, ਤੇ ਜੇ ਮੇਰੀ ਇੰਨੀ ਕੀ ਗੱਲ ਵੀ ਤੁਸੀਂ ਪ੍ਰਵਾਨ ਨਹੀਂ ਕਰਨੀ, ਮੇਰੀ ਕਾਮਨਾ ਪੂਰੀ ਨਹੀਂ ਹੋਣੀ, ਤੇ ਫਿਰ ਕੀ ਫਾਇਦਾ ਹੈ। ਇੰਨੀ ਗੱਲ ਸੁਣ ਕਰਕੇ ਦਰੋਗੇ ਨੇ ਆਗਿਆ ਦੇ ਦਿੱਤੀ। ਜਿਸ ਤੇ ਜੀਨ ਦਿਖਾਵੇ ਆਮ, ਕਹਿਣ ਲੱਗੇ ਵੀ ਦੇਖੋ ਬੜਾ ਇਹ ਦੀਨ ਹੋਇਆ ਹੈ ਤੇ ਇਹਦੀ ਹੈਰਾਨਗੀ ਬੜੀ ਆ। ਇਸ ਕਸੇਰੇ ਨੂੰ ਇਹ ਕਾਠੀ ਜਿਹੜੀ ਦਿਖਾ ਦੇਣਾ ਕਰੋ। ਦੇਖ ਦਰੋਗੇ ਅਸ ਅਭਿਲਾਖਾ, ਤੇ ਜਦੋਂ ਇਹੋ ਜੀ ਅਬਲਾਖਾ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸੁਣਨਾ ਕੀਤੀ, ਖਰੋ ਕਲੀਦਵਾਰ ਤੇ ਭਾਖਾ। ਪਾਸ ਹੀ ਜਿਹਦੇ ਕੋਲ ਤਾਲੇ ਦੀ ਚਾਬੀ ਸੀ ਨਾ ਜੀ, ਕਾਲੀਦ ਫਾਰਸੀ ਦੇ ਅੰਦਰ ਕਹਿੰਦੇ ਨੇ ਕੁੰਜੀ ਨੂੰ ਚਾਬੀ ਨੂੰ ਜੀ, ਤੇ ਉਹ ਕਾਲੀਦਾਰ ਜਿਹੜਾ ਸੀ ਪਾਸ ਖੜਾ ਸੀ ਤੇ ਉਸਨੂੰ ਦਰੋਗਾ ਕਹਿਣ ਲੱਗਾ, ਜੀਨ ਨਿਕਾਸ ਦੇਹੋ ਦਿਖਰਾਏ। ਕਹਿੰਦੇ ਜਾ ਭਾਈ ਇਹ ਕਸੇਰੇ ਨੂੰ ਉਹ ਤਾਲਾ ਖੋਲ ਕੇ ਤੇ ਕਾਠੀ ਦਿਖਾਉਣਾ ਕਰ। ਹਿਰਦੇ ਕਸੇਰਾ ਜੇ ਤੇ ਹਰਖਾਏ, ਜਿਹਦੇ ਦੇਖਣ ਦੇ ਨਾਲ ਇਹ ਕਸੇਰੇ ਦਾ ਹਿਰਦਾ ਜਿਹੜਾ ਪ੍ਰਸੰਨ ਹੋ ਜਾਣਾ ਕਰੇ। ਕਿਸੇ ਰੀਤ ਸਭ ਫੇਰ ਸੰਭਾਰੋ, ਤੇ ਉਸੇ ਤਰ੍ਹਾਂ ਦੇ ਨਾਲ ਫਿਰ ਸੰਭਾਲ ਦੇਣਾ ਕਰਿਓ ਇਹਨੂੰ ਦਿਖਾ ਕਰਕੇ। ਅੰਤਰ ਧਰਤਾਰੋ ਤੈ ਮਾਰੋ, ਤੇ ਅੰਦਰ ਰੱਖ ਕਰਕੇ ਫਿਰ ਉਸੇ ਤਰ੍ਹਾਂ ਤਾਲਾ ਲਾ ਦਿਓ। ਲੈ ਆਇਸ ਕੋ ਲਾਏ ਤਕਲੀਦ, ਉਸੇ ਤਰ੍ਹਾਂ ਦੇ ਨਾਲ ਦਰੋਗੇ ਦੀ ਆਗਿਆ ਪਾ ਕਰਕੇ ਇਹ ਚਾਬੀ ਵਾਲਾ ਬੰਦਾ ਜਿਹੜਾ ਹੈ ਕੁਲਫ ਖੋਲ ਕਰ ਲਖੀ ਤਕੀਦ। ਉਸੇ ਵੇਲੇ ਦੇ ਨਾਲ ਉਹਨੇ ਤਾਲਾ ਖੋਲ੍ਹਿਆ ਜੀ। ਤੇ ਜਦੋਂ ਤਾਲਾ ਖੋਲ ਕਰਕੇ ਅੰਦਰ ਦੇਖਣਾ ਕੀਤਾ ਅੰਤਰ ਹੋਏ ਪ੍ਰਵੇਸ਼ ਲੈ ਆਇਓ, ਤੇ ਜਿਉਂ ਹੀ ਅੰਦਰ ਪ੍ਰਵੇਸ਼ ਹੋ ਕੇ ਉਹ ਸੁੰਦਰ ਕਾਠੀ ਲਿਆਇਆ ਹੈ ਆਣ ਵਹਿਰ ਧਰ ਬੈਠ ਤੇ ਖੁਲਾਇਓ। ਬਾਹਰ ਲਿਆ ਕਰਕੇ ਨਾ ਜੀ ਉਸ ਕਾਠੀ ਦਾ ਜਿਹੜਾ ਉੱਪਰ ਪਾਇਆ ਹੋਇਆ ਕੱਪੜਾ ਸੀ ਗੱਠ ਦੀ ਤਰ੍ਹਾਂ ਬੰਨਿਆ ਹੋਇਆ ਸੀ ਉਹਨੂੰ ਖੋਲਣਾ ਕੀਤਾ। ਜਬ ਵਸਤਰਨ ਤੇ ਵਹਿਰ ਨਿਕਾਰਾ, ਤੇ ਜਦੋਂ ਉਸ ਬਾਤਰ ਦੇ ਵਿੱਚੋਂ ਬਾਹਰ ਕੱਢਣਾ ਕੀਤੇ ਜਰੇ ਜਵਾਹਰ ਦਮਕ ਉਦਾਰਾ। ਬਹੁਤ ਸੁੰਦਰ ਜਵਾਹਰਾਤਾਂ ਦੇ ਨਾਲ ਉਹ ਕਾਠੀ ਜੜੀ ਹੋਈ ਜੀ। ਬਹੁਤ ਸੁੰਦਰ ਉਹਦੀ ਚਮਕ ਦਮਕ ਜਗਮਗ ਜਗਮਗ ਕਰ ਰਹੀ ਹੈ। ਫੇਰ ਕਸੇਰੇ ਫੇਰ ਉਚਾਰ, ਤੇ ਬਾਬਾ ਬਿਧੀ ਚੰਦ ਸਾਹਿਬ ਕਸੇਰੇ ਰੂਪ ਨੇ ਦੇਖ ਕੇ ਕਹਿਣਾ ਕੀਤਾ, ਇਹ ਤੋਂ ਪਾਹਨ ਉਜਲ ਸਾਰੇ। ਕਹਿਣ ਲੱਗੇ ਵੀ ਖਾਨ ਜੀ ਆ ਜਿਹੜੇ ਉੱਪਰ ਪੱਥਰ ਲੱਗੇ ਹੋਏ ਨੇ ਨਾ ਇਹ ਬੜੇ ਉਜਲ ਨੇ। ਭਾਵ ਕਿ ਇਸ ਤਰ੍ਹਾਂ ਦੇ ਨਾਲ ਗੱਲ ਕਰਦੇ ਨੇ ਵੀ ਜਿਵੇਂ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ। ਕਹਿੰਦੇ ਵੀ ਆ ਜਿਹੜੇ ਪੱਥਰ ਜਿਹੜੇ ਨੇ ਬੜੇ ਨਿਰਮਲ ਨੇ ਬੜੇ ਉਜਲ ਲੱਗ ਰਹੇ ਹਨ। ਹਮਰੇ ਜਬ ਦੀਵਾਰ ਪੱਕ ਜਾਏ, ਨਾਲ ਕਹਿੰਦੇ ਵੀ ਜਦੋਂ ਸਾਡੇ ਜਵਾਰ ਪੱਕ ਜਾਂਦੀ ਹੈ ਇਹ ਮੁਕਤਾ ਸਮ ਕਹਿਤ ਚਬਾਏ। ਤੇ ਇਹਨਾਂ ਮੋਤੀਆਂ ਵਰਗੇ ਨਾ ਅਸੀਂ ਉਹ ਮੋਤੀ ਜਿਹੜੇ ਜਵਾਰ ਦੇ ਦਾਣੇ ਹੁੰਦੇ ਨੇ ਉਹ ਅਸੀਂ ਚਬਾ ਚਬਾ ਕੇ ਖਾਂਦੇ ਹਾਂ। ਮੈਂ ਜਾਣਤ ਕੁਛ ਅੱਛ ਹੋਏ, ਤੇ ਮੈਂ ਜਾਣਦਾ ਵੀ ਇਹ ਕੁਝ ਬਹੁਤ ਚੰਗਾ ਹੋਵੇਗਾ। ਇਨ ਸਮ ਹਮ ਚਰਬਤ ਦੇਖੋਏ, ਤੇ ਅਸੀਂ ਤਾਂ ਐਵੇਂ ਹੀ ਉਹ ਮੱਕੀ ਦੇ ਦਾਣੇ ਇਹਨਾਂ ਵਰਗੇ ਜਿਹੜੇ ਨੇ ਉਹ ਚਬਾ ਚਬਾ ਕੇ ਐਵੇਂ ਹੀ ਅਸੀਂ ਵਿਅਰਥ ਗਵਾ ਦਿੰਨੇ ਆ।
ਐਵੇਂ ਖਾ ਜਾਂਦੇ ਆ। ਇਹ ਤੇ ਬੜੇ ਕੀਮਤੀ ਨੇ। ਇੰਨੇ ਕਾਠੀ ਦੇ ਉੱਪਰ ਸੁੰਦਰ ਤੁਸੀਂ ਉਹ ਲਾਏ ਹੋਏ ਨੇ ਮੱਕੀ ਦੇ ਦਾਣੇ ਦੀ ਤਰ੍ਹਾਂ। ਕਹਾਂ ਜਵਾਹਰ ਲੱਗ ਕੇ ਸਮਾਹੀ। ਤੇ ਕਿਹੜੇ ਇਹ ਜਵਾਰ ਜਿਹੜੇ ਨੇ ਤੇ ਇਸੇ ਤਰ੍ਹਾਂ ਹੀ ਲੱਗਦਾ ਵੀ ਜਵਾਰ ਹੀ ਲੱਗੀ ਹੁੰਦੀ ਹੈ ਉੱਤੇ। ਉਹ ਮੱਕੀ ਦੇ ਦਾਣੇ ਜਿਹੜੇ ਨੇ ਉਹਨਾਂ ਦੀ ਜੜਤ ਕੀਤੀ ਹੈ। ਮੁਝ ਕੋ ਤਾਂ ਭਾਸਤ ਕੁਛ ਨਾਹੀ। ਮੈਨੂੰ ਤੇ ਹੋਰ ਕੋਈ ਭਾਸਦਾ ਨਹੀਂ ਚੰਗ ਵਾਹਿਗੁਰੂ ਇਹ ਤੋਂ ਬਿਨਾਂ ਨਜ਼ਰ ਨਹੀਂ ਆਉਂਦਾ ਵੀ ਕੀ ਇਹ ਤੇ ਲੱਗਿਆ ਹੋਇਆ। ਕਹਿੰਦੇ ਮੈਨੂੰ ਤੇ ਇਉਂ ਲੱਗਦਾ ਹੈ ਵੀ ਇਹ ਜਿਹੜੇ ਪੱਥਰ ਨੇ ਨਿਰਮਲ ਜੇ ਇਹ ਤੇ ਮੱਕੀ ਦੇ ਦਾਣੇ ਹੀ ਲੱਗਦੇ ਨੇ। ਇਹ ਤੋਂ ਬਿਨਾਂ ਤੇ ਹੋਰ ਕੁਝ ਵੀ ਨਹੀਂ ਹੈ। 1.25 ਲੱਖ ਤੱਕ ਧਨ ਕਹਾਂ ਲਗਾਇਓ। ਤੇ ਕਹਿੰਦੇ ਖਾਨ ਜੀ 1.25 ਲੱਖ ਧਨ ਜਿਹੜਾ ਇਹਦੇ ਤੇ ਕਿੱਥੇ ਲਾ ਦਿੱਤਾ ਹੈ। ਇਹ ਤੇ ਆਮ ਜਿਵੇਂ ਮੱਕੀ ਦੇ ਦਾਣੇ ਅਸੀਂ ਚਬਾ ਚਬਾ ਕੇ ਖਾਂਦੇ ਉਹ ਜੇ ਜੜੇ ਹੋਏ ਨੇ ਲੱਗੇ ਨੇ ਤੇ 1.25 ਲੱਖ ਧਨ ਕਿੱਥੇ ਲਾ ਦਿੱਤਾ ਹੈ। ਜਲ ਪਾਹਨ ਬਹੁ ਖਚਵਾਇਓ। ਤੇ ਬੜੇ ਇਹ ਉਜਲ ਜੇ ਪੱਥਰ ਜਿਹੜੇ ਨੇ ਇਹਦੇ ਵਿੱਚ ਜੜੇ ਹੋਏ ਹਨ। ਕੈ ਜਵਾਰ ਸਮਦਾਨੇ ਪੋਏ। ਤੇ ਜਾਂ ਹੀ ਜਵਾਰ ਦੀ ਤਣਾ ਦਾਣੇ ਪਰੋਏ ਹੋਏ ਹਨ। ਗੁੱਛੇ ਲੜਕਤ ਹੈ ਗਨ ਜੋਏ। ਤੇ ਜਿਨ੍ਹਾਂ ਦੇ ਗੁੱਛਿਆਂ ਦੇ ਗੁੱਛੇ ਦੇ ਦੁਆਲੇ ਲੜਕ ਰਹੇ ਹਨ। ਸੁਣਤ ਹਸੇ ਸਭ ਕਹਿ ਮਤ ਭੋਰੇ। ਸਾਰੇ ਗੱਲ ਸੁਣ ਕੇ ਨਾ ਬਾਬਾ ਬਿਧੀ ਚੰਦ ਸਾਹਿਬ ਕਸੇਰੇ ਦੀ ਕਹਿਣ ਲੱਗੇ ਵੀ ਇਹ ਬੜਾ ਭੋਲਾ ਹੈ ਜੀ। ਖਿੜ ਖੜਾ ਕੇ ਵਸੇ। ਕਹਿੰਦੇ ਇਹਨੂੰ ਜਵਾਹਰਾਤਾਂ ਦਾ ਕੀ ਪਤਾ ਹੈ, ਇਹਨੂੰ ਇੰਨੇ ਕੀਮਤੀ ਰਤਨਾਂ ਦਾ ਕੀ ਪਤਾ ਹੈ। ਇਹ ਤੇ ਇਹਨਾਂ ਨੂੰ ਵੀ ਇੱਕ ਆਮ ਨਿਰਮਲ ਜੇ ਪੱਥਰ ਹੀ ਸਮਝਦਾ ਹੈ ਤੇ ਜਾਂ ਫਿਰ ਇਹਨਾਂ ਨੂੰ ਮੱਕੀ ਦੇ ਦਾਣੇ ਸਮਝਦਾ ਹੈ। ਕਹਿੰਦੇ ਬੜਾ ਹੀ ਭੋਲਾ ਹੈ। ਹੀਰੇ ਚਾਰੋ ਚੀਰ ਚਕੋਰੇ। ਵੀ ਇੰਨੇ ਕੀਮਤੀ ਹੀਰੇ ਜਿਹੜੇ ਨੇ ਸੁੰਦਰ ਇਹਦੇ ਵਿੱਚ ਜੜੇ ਹੋਏ ਹਨ। ਕਈ ਹਜ਼ਾਰਨ ਖਰਚੇ ਪਾਵੈ। ਤੇ ਕਈ ਹਜ਼ਾਰਾਂ ਦੀ ਤਾਦਾਦ ਵਿੱਚ ਖਰਚ ਕਰਕੇ ਫਿਰ ਇਹ ਪ੍ਰਾਪਤ ਹੁੰਦੇ ਹਨ। ਜਿਸ ਕੋ ਤੂੰ ਪਾਹਨ ਬਤਰਾਵੈ। ਤੇ ਜਿਸ ਨੂੰ ਤੂੰ ਕਸੇਰਿਆ ਪੱਥਰ ਦੱਸ ਰਿਹਾ ਹੈ। ਦੇ ਨਾ ਦੀਏ ਕਹਾਂ ਤੂੰ ਜਾਣੇ। ਤੇ ਕਹਿਣ ਲੱਗੇ ਵੀ ਜੇਕਰ ਕਦੀ ਤੂੰ ਇਹਦਾ ਲੈਣ ਦੇਣ ਨਹੀਂ ਕੀਤਾ ਤੇ ਇਹਦੇ ਬਾਰੇ ਕੀ ਜਾਣਦਾ ਹੈ। ਇਨ ਕੀ ਕੀਮਤ ਕਹਾਂ ਪਛਾਨੇ। ਇਹਦੀ ਕੀਮਤ ਦਾ ਤੂੰ ਕੀ ਪਤਾ ਕਰ ਸਕਦਾ। ਤੈਨੂੰ ਇਹਦੀ ਕੀਮਤ ਦੀ ਕੀ ਪਛਾਣ ਹੋ ਸਕਦੀ ਹੈ। ਇਹ ਸ਼ਾਹਨ ਕੇ ਹੋਤ ਸਮੀਪ। ਇਹ ਤੇ ਬਾਦਸ਼ਾਹਾਂ ਦੇ ਪਾਸ ਹੀ ਹੁੰਦੇ ਹਨ। ਨਹੀਂ ਮੌਸਰ ਅਪਰ ਹਮੀਪ। ਤੇ ਬਾਦਸ਼ਾਹ ਤੋਂ ਬਿਨਾ ਇਹ ਕਿਸੇ ਹੋਰ ਦੇ ਪਾਸ ਕਦੀ ਨਹੀਂ ਹੁੰਦੇ, ਹੋਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੇ ਹਨ। ਨਿਤ ਕਰ ਲਾਇਕ ਸੇਰੇ ਹੇਰੇ। ਉਸ ਸਮੇਂ ਨਾ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਹੱਥ ਲਾ ਲਾ ਕੇ ਜੀ ਉਸ ਕਾਠੀ ਨੂੰ ਉਹਨਾਂ ਜਵਾਹਰਾਤਾਂ ਨੂੰ ਦੇਖਿਆ ਵੀ ਜਿਹਦੀ ਇੰਨੀ ਕੀਮਤ ਤੁਸੀਂ ਦੱਸਦੇ ਪਏ ਹੋ, ਕਮਾਲ ਹੈ। ਕਹਿੰਦੇ ਮੈਂ ਤੇ ਮੱਕੀ ਦੇ ਦਾਣੇ ਸਮਝਦਾ ਹਾਂ, ਮੈਂ ਤੇ ਇੱਕ ਨਿਰਮਲ ਜੇ ਪੱਥਰ ਸਮਝਦਾ ਤੇ ਤੁਸੀਂ ਕਹਿੰਦੇ ਵੀ ਇਹ ਹੀਰੇ ਨੇ, ਇਹ ਜਵਾਹਰਾਤ ਨੇ। ਬਾਬਾ ਬਿਧੀ ਚੰਦ ਸਾਹਿਬ ਕਸੇਰੇ ਰੂਪ ਦੇ ਵਿੱਚ ਨਾ ਹੱਥ ਲਾ ਲਾ ਕੇ ਦੇਖ ਰਹੇ ਹਨ। ਕਹੇ ਨਾ ਮ੍ਰਿਦਲ ਕਠੋਰ ਕਨੇਰੇ। ਤੇ ਨਾਲ ਕਹਿੰਦੇ ਨੇ ਵੀ ਇਹ ਤੇ ਕਠੋਰ ਵੀ ਬੜੇ, ਇਹ ਤੇ ਸਖਤ ਬੜੇ ਹਨ। ਚੁੱਪੈ ਸ਼ਾਹ ਕੋ ਤਨ ਜਬ ਸ਼ਾਹ। ਤੇ ਕਹਿੰਦੇ ਜਦੋਂ ਇਹ ਬਾਦਸ਼ਾਹ ਦੇ ਤਨ ਨੂੰ ਛੂੰਹਦੇ ਹੋਣਗੇ ਤੇ ਇਹ ਬੜੇ ਚੁੱਭਦੇ ਹੋਣਗੇ। ਇਹਨਾਂ ਲਾਗੇ ਸੋ ਕਹਾਂ ਦਿਸੋ ਹਵਾ। ਤੇ ਇਹਨਾਂ ਦੇ ਨਾਲ ਲੱਗ ਕਰਕੇ ਜਦੋਂ ਇਹ ਸਰੀਰ ਨੂੰ ਲੱਗਦੇ ਨੇ ਤੇ ਇਹਨਾਂ ਦੇ ਨਾਲ ਕੀ ਸੁੱਖ ਪ੍ਰਾਪਤ ਹੁੰਦਾ ਹੈ। ਕਹਿੰਦੇ ਸਰੀਰ ਨੂੰ ਕੀ ਸੁੱਖ ਮਿਲਦਾ ਹੈ। ਕੈ ਸੋਂਦਾ ਇਹਨਾਂ ਮ੍ਰਿਦ ਸ਼ਬ ਜਾਣੇ। ਉਸ ਸਮੇਂ ਦੇ ਅੰਦਰ ਸੋਂਦਾ ਕਹਿੰਦਾ ਵੀ ਇਹ ਬੜੇ ਮਿਰਦਲ ਨੇ, ਇਹ ਬੜੇ ਸ਼ੁਭ ਹਨ। ਇਹ ਕਰ ਪਾ ਨਹੀਂ ਕੁਛ ਖਾਨੇ। ਤੇ ਕਹਿੰਦੇ ਵੀ ਦੇ ਕਸੇਰਿਆ ਹੱਥ ਵਿੱਚ ਲੈ ਕੇ ਕੁਝ ਖਾਣੇ ਤਾਂ ਨਹੀਂ, ਇਹਨਾਂ ਦੀ ਜਿਹੜੀ ਕੀਮਤ ਹੈ, ਇਹ ਜਿਹੜੇ ਬਹੁ ਮੁੱਲੇ ਨੇ, ਇਹ ਇਹਨਾਂ ਨੂੰ ਪਤਾ ਜਿਨ੍ਹਾਂ ਦੇ ਕੋਲ ਪਾਰਖੂ ਅੱਖ ਹੁੰਦੀ ਆ, ਜਿਹੜੇ ਇਹਦੀ ਕੀਮਤ ਨੂੰ ਜਾਣਦੇ ਨੇ। ਕਹਿੰਦੇ ਇਹ ਕੋਈ ਖਾਣ ਵਾਲੇ ਥੋੜੀ ਵਸਤੂ ਹੈ। ਕਹਿੰਦੇ ਇਹ ਜਿਹੜੇ ਨੇ ਬੜੇ ਬੇਸ਼ਕੀਮਤੀ ਹਨ। ਇਨ ਤੇ ਸੋਭਾ ਹੋਤ ਵਿਸਾਲਾ। ਇਹਦੇ ਨਾਲ ਤੇ ਬਹੁਤ ਵੱਡੀ ਸੋਭਾ ਹੁੰਦੀ ਹੈ। ਸੁੰਦਰ ਦੇਖਤ ਅਦਕ ਉਜਾਲਾ। ਤੇ ਬਹੁਤ ਸੁੰਦਰ ਉਜਾਲਾ ਇਹਨਾਂ ਦਾ ਹੁੰਦਾ ਹੈ। ਇਹ ਜਗਮਗ ਜਗਮਗ ਕਰਦੇ ਹਨ। ਤੂੰ ਭੋਰਾ ਕੁਛ ਜਾਣੇ ਨਹੀਂ। ਤੇ ਕਹਿੰਦੇ ਕਸੇਰਿਆ ਤੂੰ ਬੜਾ ਭੋਲਾ ਹੈ, ਤੂੰ ਇਹਨਾਂ ਦੇ ਬਾਰੇ ਕੁਝ ਨਹੀਂ ਜਾਣਦਾ ਹੈ। ਨਹੀਂ ਨਿਹਾਰੇ ਆਗੇ ਕਾਹੀ। ਕਿਧਰੇ ਅੱਗੇ ਕਦੀ ਵੀ ਤੂੰ ਇਹ ਨਹੀਂ ਦੇਖਣਾ ਕੀਤੇ। ਵਸਤੂ ਅਪਰ ਜੇ ਪਾਏ ਨ ਕੋਏ। ਤੇ ਹੋਰ ਅਨੇਕਾਂ ਜਿਹੜੀਆਂ ਕੋਈ ਵਸਤੂਆਂ ਪ੍ਰਾਪਤ ਨਹੀਂ ਹੁੰਦੀਆਂ। ਜੋ ਸ਼ਾਹਾਂ ਟਿਕ ਪੁੱਤਾਂ ਹੋਏ। ਉਹ ਕੀਮਤੀ ਤੋਂ ਕੀਮਤੀ ਵਸਤੂਆਂ ਜਿਹੜੀਆਂ ਨੇ ਬਾਦਸ਼ਾਹਾਂ ਦੇ ਕੋਲ ਹੁੰਦੀਆਂ ਹਨ। ਸੁਣਤ ਕਸੇਰੇ ਬਾਕ ਉਚਾਰੇ। ਤੇ ਬਾਬਾ ਬਿਧੀ ਚੰਦ ਸਾਹਿਬ ਜੀ ਸੁਣ ਕੇ ਕਹਿਣ ਲੱਗੇ ਹਮ ਸਮਝੇ ਤਨਾ ਪਾਹੇ ਹਜ਼ਾਰ। ਕਹਿੰਦੇ ਜੇ ਸਾਡੇ ਵਰਗੇ
ਹਜ਼ਾਰਾਂ ਦੀ ਤਾਦਾਦ ਵਿੱਚ ਧਨ ਪਾ ਕਰਕੇ ਸਭ ਲੋਠਾਨੇ ਗੁਜਰਾਨ। ਸਾਰੀ ਦੀ ਸਾਰੀ ਉਮਰ ਜੇਕਰ ਇੰਨਾ ਭਾਰੀ ਧਨ ਪਾ ਲਈਏ ਤੇ ਸਾਰੀ ਉਮਰ ਸਾਡਾ ਗੁਜ਼ਰਾਨ ਹੋ ਸਕਦਾ ਹੈ। ਕਹਿਣ ਲੱਗੇ ਵੀ ਇੰਨਾ ਕੀਮਤੀ ਧਨ ਇਹਦੇ ਤੇ ਲਾਇਆ ਤੇ ਇਹੋ ਜਿਹਾ ਹਜ਼ਾਰਾਂ ਦੀ ਤਾਦਾਦ ਵਿੱਚ ਧਨ ਸਾਨੂੰ ਪ੍ਰਾਪਤ ਹੋਵੇ ਤੇ ਸਾਰੀ ਉਮਰ ਗੁਜ਼ਾਰਾ ਹੋ ਸਕਦਾ ਹੈ। ਨਿਜ ਅਰ ਸੁਤ ਕਰ ਵਿਆਹ ਮਹਾਨ। ਆਪਣਾ ਅੱਗੋਂ ਆਪਣੇ ਪੁੱਤਰ ਦਾ ਵਿਆਹ ਸੌਖਾ ਕਰ ਸਕਦੇ ਆ, ਘਰ ਦੀ ਰੋਟੀ ਸੌਖੀ ਚੱਲ ਸਕਦੀ ਆ। ਕਹਿੰਦੇ ਇੰਨਾ ਪੈਸਾ ਸਾਡੇ ਕੋਲ ਹੋਵੇ ਤੇ ਬੜੀ ਸੌਖੀ ਗੁਜ਼ਾਰਨ ਹੋ ਸਕਦੀ ਹੈ। ਇਹ ਤਾਂ ਦਰਬ ਦੇ ਬਾਦ ਲੁਟਾਵੇ। ਪਰ ਕਹਿੰਦੇ ਇਹ ਤੇ ਧਨ ਬੜਾ ਵਿਅਰਥ ਗਵਾਉਂਦੇ ਹਨ। ਇਹ ਸ਼ਾਹਨ ਕੋ ਹੀ ਬਨ ਆਵੇ। ਤੇ ਕਹਿੰਦੇ ਖਾਨ ਜੀ ਇਹ ਤੇ ਫਿਰ ਇਹਨਾਂ ਰਾਜਿਆਂ ਨੂੰ ਹੀ ਬਣ ਆਉਂਦਾ ਨਾ, ਇਹਨਾਂ ਦੇ ਕੋਲ ਧਨ ਬੜਾ ਹੈ ਤੇ ਜਿੰਨਾ ਮਰਜ਼ੀ ਵਿਅਰਥ ਗਵਾਈ ਜਾਣ। ਸਾਡੇ ਵਰਗੇ ਗਰੀਬ ਬੰਦੇ ਕੀ ਇਹ ਧਨ ਇਸ ਤਰ੍ਹਾਂ ਦੇ ਨਾਲ ਗਵਾ ਸਕਦੇ ਨੇ? ਉਹ ਤੇ ਜੇ ਇੰਨਾ ਧਨ ਹੋਵੇ ਤੇ ਸਾਰੀ ਜ਼ਿੰਦਗੀ ਦਾ ਗੁਜ਼ਰਾਨ ਬੜਾ ਸੌਖਾ ਹੋ ਸਕਦਾ ਹੈ। ਵਸਤ ਲਪੇਟੇ ਪ੍ਰਥਮ ਸਮਾਨ। ਤੇ ਸਮੇਂ ਦੇ ਅੰਦਰ ਉਸ ਪੂੰਜੀਦਾਰ ਨੇ, ਪਹਿਰੇਦਾਰ ਨੇ ਬਸਤਰ ਦੇ ਵਿੱਚ ਉਸੇ ਤਰ੍ਹਾਂ ਕਾਠੀ ਨੂੰ ਲਪੇਟ ਦੇਣਾ ਕੀਤਾ ਭਲੇ ਸੰਭਾਲਿਓ ਸੋਂਦੇ ਖਾਨਾ। ਤੇ ਉਸੇ ਤਰ੍ਹਾਂ ਦੇ ਨਾਲ ਉਹਨੂੰ ਤੋਸੇ ਖਾਨੇ ਦੇ ਵਿੱਚ ਸੰਭਾਲ ਦੇਣਾ ਕੀਤਾ। ਹਾਥ ਕਸੇਰੇ ਕੇ ਉਚਵਾਏ। ਤੇ ਇਸ ਕਸੇਰੇ ਦੇ ਹੱਥ ਚੁਕਵਾ ਕਰਕੇ ਗਏ ਸੰਗ ਦੇ ਅੰਤਰ ਥਾਏ। ਜਿਸ ਥਾਂ ਤੇ ਤਿਸ ਕਾਠੀ ਨੂੰ ਰੱਖਣਾ ਸੀ ਨਾ ਜੀ, ਉਹ ਅੰਦਰ ਲਿਜਾ ਕਰਕੇ ਰਖਾਉਣਾ ਕੀਤਾ ਵੀ ਚੱਲ ਚੁੱਕ ਕਸੇਰਿਆ ਅੰਦਰ ਇਸ ਕਾਠੀ ਨੂੰ ਰੱਖਣਾ ਕਰ। ਅੱਛੀ ਰੀਤ ਸੰਭਾਰ ਧਰਾਇਓ। ਭਲੀ ਰੀਤ ਦੇ ਨਾਲ ਸੰਭਾਲ ਕੇ ਰੱਖਣਾ ਕੀਤੇ। ਵਿਦਗੇ ਦੇਖ ਭੇਵ ਸੰਗ ਪਾਇਓ। ਤੇ ਬਾਬਾ ਬਿਧੀ ਚੰਦ ਸਾਹਿਬ ਨੇ ਇਹ ਸਾਰਾ ਭੇਦ ਜਿਹੜਾ ਜਾਣਨਾ ਕੀਤਾ। ਇਤ ਉਤ ਬਿਖ ਕਰ ਬਾਹਰ ਤੇ ਆਓ। ਫਿਰ ਅੰਦਰ ਜਿੱਥੇ ਇਹ ਕੇਵਲ ਕਾਠੀ ਨਹੀਂ, ਬੜੀਆਂ ਕੀਮਤੀ ਵਸਤੂਆਂ ਰੱਖੀਆਂ ਸਨ ਜੀ। ਇੱਧਰ ਉੱਧਰ ਅੰਦਰ ਦੇ ਵਿੱਚ ਸਾਰੇ ਹੀ ਦੇਖ ਕਰਕੇ ਆਉਣਾ ਕੀਤੇ। ਕਰ ਕਲੀਦ ਜਿਸ ਗੁਲਫ ਲਗਾਵਾ। ਤੇ ਸਮੇਂ ਦੇ ਅੰਦਰ ਇਸ ਚਾਬੀ ਵਾਲੇ ਜੀਵ ਨੇ ਉਸੇ ਤਰ੍ਹਾਂ ਦੇ ਨਾਲ ਉਸ ਦਰਵਾਜ਼ੇ ਨੂੰ ਬੰਦ ਕਰਦਿਆਂ ਹੋਇਆਂ ਤਾਲਾ ਲਾ ਦੇਣਾ ਕੀਤਾ। ਸੋਂਦੇ ਖਾਨ ਗਇਓ ਨਿਜ ਕਾਜ। ਹੁਣ ਦਰੋਗਾ ਸੋਂਦੇ ਖਾਂ ਜਿਹੜਾ ਸੀ ਕਿਸੇ ਕਾਜ ਨੂੰ ਚਲੇ ਜਾਣਾ ਕੀਤਾ। ਜਾਨ ਲੀਨ ਮਨ ਸਗਲ ਸਮਾਜ। ਤੇ ਜਾਣ ਲਿਆ ਆਪਣਾ ਸਾਰਾ ਸਮਾਜ ਜਿਹੜਾ ਬਿਲਕੁਲ ਠੀਕ ਹੈ। ਨਿਤ ਕਰਤੇ ਕਲੀਦ ਜਹਾਂ ਰੱਖੀ। ਹੁਣ ਆਪਣੇ ਹੱਥ ਦੇ ਨਾਲ ਜਿੱਥੇ ਉਹ ਚਾਬੀ ਰੱਖਣਾ ਕੀਤੀ ਸੀ, ਸੋਪੀ ਥਾਏ ਕਸੇਰੇ ਲਖੀ। ਹੁਣ ਉਹ ਵੀ ਬਾਬਾ ਬਿਧੀ ਚੰਦ ਸਾਹਿਬ ਨੇ ਕਸੇਰੇ ਰੂਪ ਦੇ ਵਿੱਚ ਜਾਣ ਲਈ ਵੀ ਇੱਥੇ ਚਾਬੀ ਰੱਖਦੇ ਨੇ। ਤੇ ਇਸ ਕਮਰੇ ਦੇ ਵਿੱਚ ਇਹ ਕਾਠੀ ਪਈ ਹੋਈ ਹੈ। ਦਿਵਸ ਬਤਾਏ ਭਇਓ ਅੰਧਕਾਰ। ਉਸ ਸਮੇਂ ਦੇ ਅੰਦਰ ਦਿਨ ਬਤੀਤ ਕੀਤਾ ਹੈ ਤੇ ਅੰਧੇਰੇ ਦਾ ਸਮਾਂ ਹੈ। ਘਰ ਜੀਵਨ ਕੇ ਕੀਨ ਆਹਾਰ। ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸਾਰਾ ਭੇਦ ਜਾਣ ਕੇ ਨਾ ਫਿਰ ਸ਼ਾਮ ਨੂੰ ਭਾਈ ਜੀਵਨ ਦੇ ਘਰ ਜਾਣਾ ਕੀਤਾ। ਇਸ ਬਿਤਾਏ ਕਰ ਵਹਿਰ ਪਿਆਨਾ। ਤੇ ਭਾਈ ਜੀਵਨ ਦੇ ਘਰ ਵਿੱਚ ਭੋਜਨ ਕਰਕੇ ਰਾਤ ਵਿਸਰਾਮ ਕੀਤਾ ਹੈ। ਕੁਰਚੀ ਦੂਬ ਦੇਖ ਸ਼ੁਭ ਥਾਨਾ। ਤੇ ਸਵੇਰ ਹੋਣ ਤੇ ਫਿਰ ਬਹੁਤ ਸੁੰਦਰ ਘਾਹ ਦੇਖ ਕੇ ਆਨ ਹੈਨ ਕੇ ਆਗੇ ਪਾਈ। ਤੇ ਉਸ ਘਾਹ ਦੀ ਪੰਡ ਨੂੰ ਲਿਆ ਕਰਕੇ ਘੋੜੇ ਦੇ ਅੱਗੇ ਪਾਉਣਾ ਕੀਤੇ। ਹਰਖਤ ਧਾਰਤ ਸੇਵ ਸਵਾਈ। ਤੇ ਸੋਹਣੀ ਸੇਵਾ ਜਿਹੜੀ ਸੀ ਕਰਦੇ ਇਹਨਾਂ ਘੋੜਿਆਂ ਦੀ। ਤੇ ਘੋੜੇ ਵੀ ਬੜੀ ਸੇਵਾ ਜਾਣ ਕਰਕੇ ਨਾ ਜੀ ਇਸ ਕਸੇਰੇ ਦੀ ਸੇਵਾਦਾਰ ਦੀ, ਬਾਬਾ ਬਿਧੀ ਚੰਦ ਸਾਹਿਬ ਦੀ, ਉਹ ਵੀ ਬੜੇ ਪ੍ਰਸੰਨ ਨੇ। ਅਜੇ ਕਿ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀਆਂ ਅਨੋਖੀਆਂ ਖੇਡਾਂ ਨੇ। ਪਰ ਅਸੀਂ ਘਰਾਂ ਦੇ ਵਿੱਚ ਜਿਹੜੇ ਵੀ ਪਾਲਤੂ ਜੀਵ ਰੱਖਦੇ ਹਾਂ ਨਾ ਜੀ, ਉਹ ਪਾਲਤੂ ਜਾਨਵਰ ਭਾਵੇਂ ਕੋਈ ਕੁੱਤਾ ਹੋਵੇ ਤੇ ਭਾਵੇਂ ਕੋਈ ਹੋਰ ਜਾਨਵਰ ਸਾਡੇ ਹੋਣ, ਜਿਵੇਂ ਜਿਵੇਂ ਅਸੀਂ ਉਹਨਾਂ ਦੇ ਨਾਲ ਫਿਰ ਸੇਵਾ ਭਾਵਨਾ ਰੱਖਦੇ ਹਾਂ, ਪਿਆਰ ਕਰਦੇ ਹਾਂ, ਉਸੇ ਤਰ੍ਹਾਂ ਉਹ ਜਾਨਵਰ ਵੀ ਸਾਡੇ ਨਾਲ ਪਿਆਰ ਕਰਦੇ ਨੇ। ਉਹ ਵੀ ਪਿਆਰ ਕਰਨ ਲੱਗ ਜਾਂਦੇ ਨੇ, ਬੜੇ ਵਫਾਦਾਰ ਬਣਦੇ ਨੇ। ਇਹ ਘੋੜੇ ਤੇ ਹੈ ਹੀ ਗੁਰੂ ਘਰ ਦੀ ਰਹਿਮਤ ਵਾਲੇ ਨੇ, ਪਿਆਰ ਭਾਵਨਾ ਵਾਲੇ ਨੇ। ਤੇ ਬਾਬਾ ਬਿਧੀ ਚੰਦ ਸਾਹਿਬ ਜਿਹੜੀ ਸੇਵਾ ਕਰਦੇ ਸਨ ਨਾ ਜੀ, ਉਹ ਸੇਵਾ ਤੋਂ ਇਹ ਘੋੜੇ ਵੀ ਬੜੇ ਪ੍ਰਸੰਨ ਸਨ। ਬਾਦਸ਼ਾਹ ਬੜਾ ਪ੍ਰਸੰਨ ਸੀ। ਇੱਥੋਂ ਦੇ ਸਾਰੇ ਲੋਕ ਨੌਕਰੀ ਚਾਕਰੀ ਕਰਨ ਵਾਲੇ ਸਾਰੇ ਹੀ ਬੜੇ ਪ੍ਰਸੰਨ ਸੀ ਵੀ ਉਹ ਜਿਹਾ ਕਸੇਰਾ ਅੱਗੇ ਕਦੀ ਨਹੀਂ ਮਿਲਿਆ।
ਤੇ ਬਾਬਾ ਬਿਧੀ ਚੰਦ ਸਾਹਿਬ ਨੇ ਬੜਾ ਹੀ ਸੁੰਦਰ ਘਾਹ ਲਿਆ ਕਰਕੇ ਘੋੜਿਆਂ ਦੇ ਅੱਗੇ ਪਾਇਆ ਹੈ। ਘੋੜੇ ਬੜੇ ਹੀ ਪ੍ਰਸੰਨ ਹਨ। ਦੇਖ ਦਰੋਗੇ ਗਿਰਾ ਉਚਾਰੀ, ਉਸ ਸਮੇਂ ਆ ਕੇ ਦਰੋਗੇ ਨੇ ਦੇਖਿਆ ਤੇ ਕਹਿਣ ਲੱਗਾ, ਤੁਹੇ ਕਸੇਰੇ ਦੇ ਨਿਹਾਰੀ। ਕਹਿਣ ਲੱਗੇ ਵੀ ਕਸੇਰਿਆ ਤੂੰ ਬਹੁਤ ਸੁੰਦਰ ਇਹਨਾਂ ਦੀ ਦੇਖਭਾਲ ਕਰਦਾ ਹੈ। ਖਾਨ ਪਾਨ ਤੁਰੰਗਨ ਕੋ ਸਾਰਾ, ਇਹਨਾਂ ਘੋੜਿਆਂ ਦਾ ਜਿੰਨਾ ਵੀ ਖਾਨ ਪਾਨ ਹੈ ਇਹੋ ਤੁਹੀ ਰਿਓ ਨਿਸੰਦਨ ਸਾਰਾ। ਇਸ ਵਾਸਤੇ ਦਿਨ ਤੇ ਸ਼ਾਮ ਦਾ ਜਿੰਨਾ ਵੀ ਇਹਨਾਂ ਦਾ ਆਹਾਰ ਹੈ ਨਾ, ਕਹਿੰਦੇ ਕਸੇਰਿਆ ਤੂੰ ਹੀ ਇਹਨਾਂ ਨੂੰ ਪਾਇਆ ਕਰ, ਤੂੰ ਹੀ ਦਿਆ ਕਰ, ਤੂੰ ਬੜੇ ਪਿਆਰ ਨਾਲ ਸੇਵਾ ਕਰਦਾ ਹੈ। ਵਿਦਿਆ ਦੇਣ ਲੱਗੋ ਤਬ ਤੈਸ, ਫਿਰ ਬਾਬਾ ਬਿਧੀ ਚੰਦ ਸਾਹਿਬ ਜੀ ਉਸੇ ਤਰ੍ਹਾਂ ਦੇ ਨਾਲ ਹੀ ਜੀ ਘੋੜਿਆਂ ਨੂੰ ਆਹਾਰ ਪਾਉਣ ਲੱਗੇ। ਆਗੇ ਸੇਵਕ ਚਾਰਤ ਜਸ, ਜਿਵੇਂ ਅੱਗੇ ਹੋਰ ਸੇਵਾਦਾਰ ਚਾਰਦੇ ਸਨ। ਇੰਨੀ ਖਾਨ ਪਾਨ ਸਦ ਸਾਰੀ, ਸਾਰੀ ਖਾਨ ਪਾਨ ਦੀ ਸੁੱਧ ਲੈਣਾ ਕੀਤੇ। ਤਰੇ ਪ੍ਰੇਮ ਕੋ ਸਰਬ ਸੰਭਾਰੀ। ਬੜੇ ਪ੍ਰੇਮ ਧਾਰਨ ਕਰਕੇ ਸਾਰੀ ਸੇਵਾ ਸੰਭਾਲਦੇ ਹਨ। ਜਬਾ ਕਸੇਰੇ ਹੇਰੇ ਕੋਰ, ਤੇ ਜਦੋਂ ਬਾਬਾ ਬਿਧੀ ਚੰਦ ਸਾਹਿਬ ਨੇ ਘੋੜਿਆਂ ਨੂੰ ਦੇਖਣਾ ਕੀਤਾ ਹੈ, ਇਹ ਨਾਵੇਂ ਔਰ ਮਦਦ ਨਾ ਥੋਰ। ਉਸ ਸਮੇਂ ਦੇ ਵਿੱਚ ਘੋੜੇ ਵੀ ਪ੍ਰਸੰਨ ਹੋ ਕੇ ਨਾ ਜੀ ਬਾਬਾ ਬਿਧੀ ਚੰਦ ਸਾਹਿਬ ਨੂੰ ਦੂਰੋਂ ਹੀ ਦੇਖ ਕੇ ਹਿਣਕਣ ਲੱਗ ਜਾਂਦੇ ਸਨ। ਅੱਜ ਵੀ ਦੇਖੋ ਜਦੋਂ ਘਰਾਂ ਦੇ ਵਿੱਚ ਅਸੀਂ ਮੱਝਾਂ ਰੱਖਦੇ ਹਾਂ ਨਾ ਜੀ, ਤੇ ਉਹ ਮੱਝਾਂ ਜਦੋਂ ਸਾਡੀ ਕੋਈ ਸੁਆਣੀ ਉਹ ਧਾਰਾਂ ਕੱਢਣ ਵਾਲੀ, ਉਹਦੇ ਅੱਗੇ ਵੰਡ ਪਾਉਣ ਵਾਲੀ, ਕੋਈ ਚੰਗਾ ਚਾਰਾ ਪਾਉਣ ਵਾਲੀ, ਉਹ ਰੋਜ਼ ਪਛਾਣਦੇ ਨੇ ਵੀ ਇਹ ਸਾਡੇ ਰੋਜ਼ ਸਾਨੂੰ ਵੰਡ ਪਾਉਂਦੀ ਹੈ, ਚੰਗਾ ਚੋਖਾ ਪਾਉਂਦੇ ਨੇ, ਧਾਰ ਕੱਢਣ ਵਾਸਤੇ ਸਾਡੇ ਪਾਸ ਆਉਂਦੇ। ਉਹ ਦੂਰੋਂ ਦੇਖ ਕੇ ਜਿਹੜੀਆਂ ਨੇੜੀਆਂ ਲੱਗ ਜਾਂਦੀਆਂ ਨੇ ਜੀ ਮੱਝਾਂ। ਇਸੇ ਤਰ੍ਹਾਂ ਦੇ ਨਾਲ ਜੇ ਪਾਲਤੂ ਕੁੱਤਾ ਹੋਵੇ ਜੀ, ਉਹ ਆਪਣੇ ਮਾਲਕ ਨੂੰ ਦੂਰੋਂ ਦੇਖ ਕੇ ਪੂਛ ਮਾਰਨ ਲੱਗ ਜਾਂਦਾ, ਫਿਰ ਨੇੜੇ ਆ ਕਰਕੇ ਪੈਰ ਚੁੰਮੀ ਜਾਏਗਾ ਜੀ, ਪੈਰਾਂ ਤੇ ਆ ਕੇ ਡਿੱਗੇਗਾ। ਤੇ ਇਹ ਜਿਵੇਂ ਅਸੀਂ ਪਿਆਰਿਓ ਇਹਨਾਂ ਜਾਨਵਰਾਂ ਦੇ ਨਾਲ ਇਸ ਤਰ੍ਹਾਂ ਮੁਹੱਬਤ ਕਰਦੇ ਹਾਂ, ਤੇ ਜਾਨਵਰ ਵੀ ਵਫਾਦਾਰ ਮੁਹੱਬਤ ਕਰਦੇ। ਜੇ ਸਾਡੇ ਘਰ ਦੇ ਬੱਚੇ ਨੇ, ਜੇ ਬੱਚਿਆਂ ਨਾਲ ਅਸੀਂ ਪਿਆਰ ਕਰਦੇ ਹਾਂ ਤੇ ਬੱਚੇ ਵੀ ਸਾਡੇ ਨਾਲ ਪਿਆਰ ਕਰਦੇ। ਬੱਚਿਆਂ ਦਾ ਵੀ ਇਸੇ ਤਰ੍ਹਾਂ ਸੁਭਾਅ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਘਰ ਦੀ ਇਹ ਸੇਵਾ, ਇਹ ਘੋੜੇ ਜਿਹੜੇ ਸੀ ਜਿਨ੍ਹਾਂ ਦੀ ਸੇਵਾ ਬਾਬਾ ਬਿਧੀ ਚੰਦ ਸਾਹਿਬ ਕਰ ਰਹੇ ਨੇ, ਇੰਨੇ ਪਿਆਰ ਨਾਲ ਸੇਵਾ ਕਰਦੇ ਸਨ, ਇੰਨੇ ਪਿਆਰ ਨਾਲ ਉਹਨਾਂ ਨੂੰ ਚਾਰਾ ਪਾਉਂਦੇ ਸੀ ਕਿ ਇਹ ਘੋੜੇ ਦੂਰੋਂ ਹੀ ਦੇਖ ਕੇ ਬਾਬਾ ਬਿਧੀ ਚੰਦ ਸਾਹਿਬ ਨੂੰ ਹਿਣਕਣ ਲੱਗ ਜਾਂਦੇ ਹਨ। ਲਖ ਸੇਵਾ ਕੋ ਬਹੁ ਅਨਰਗ, ਉਸ ਸਮੇਂ ਦੇ ਅੰਦਰ ਸੇਵਾ ਨੂੰ ਦੇਖ ਕੇ ਬੜੇ ਪ੍ਰੇਮ ਦੇ ਵਿੱਚ ਰੰਗੇ ਹੋਏ। ਪੌਰ ਉਠਾਵਤ ਬਿਖ ਕਰ ਅੱਗ, ਤੇ ਦੂਰੋਂ ਹੀ ਦੇਖ ਕੇ ਨਾ ਪੌੜ ਚੁੱਕ ਚੁੱਕ ਕੇ ਜਿਹੜਾ ਉਹ ਪਿਆਰ ਦਿਖਾਉਂਦੇ ਹਨ। ਬਦਨ ਬਿਲੋਚਨ ਪਰ ਕਰ ਫੇਰ, ਤੇ ਬਹੁਤ ਸੁੰਦਰ ਉਹਨਾਂ ਦੇ ਮੁਖ ਤੇ ਉਹਨਾਂ ਦੇ ਸਰੀਰ ਦੇ ਉੱਪਰ ਬਾਬਾ ਬਿਧੀ ਚੰਦ ਸਾਹਿਬ ਹੱਥ ਫੇਰਦੇ ਹਨ। ਦੇ ਦਿਲਾਸਾ ਬੋਲ ਕਨੇਰ, ਤੇ ਬੜੇ ਸੋਹਣੇ ਬੋਲ ਬੋਲ ਕੇ ਦਿਲਾਸਾ ਦਿੰਦੇ ਹਨ। ਮਾਸ਼ ਕਰਹੇ ਪਹਿਰ ਹਥਵਾਈ, ਤੇ ਫਿਰ ਬਾਬਾ ਬਿਧੀ ਚੰਦ ਸਾਹਿਬ ਹੱਥ ਦੇ ਵਿੱਚ ਗੱਦੀ ਪਾ ਕੇ ਇਹਨਾਂ ਦੀ ਮਾਲਸ਼ ਕਰਦੇ ਹਨ। ਲਖ ਸਿਖ ਲੋ ਤਨ ਦਾ ਚਮਦਮਕਾਈ, ਤੇ ਫਿਰ ਪੈਰਾਂ ਦੇ ਉਹਨਾਂ ਦੇ ਖੁਰਾਂ ਤੋਂ ਨਹੁੰਆਂ ਤੋਂ ਲੈ ਕੇ ਤੇ ਸਿਰ ਤੱਕ ਐਨ ਸਾਰਾ ਸਵਾਰ ਕੇ ਰੱਖਦੇ ਨੇ ਜੀ, ਉਹਨਾਂ ਨੂੰ ਚਮਕਾ ਕੇ ਰੱਖਦੇ ਹਨ। ਇੰਗਰ ਏਕ ਵਹਿਰ ਤੇ ਅੰਨ, ਤੇ ਬਾਹਰੋਂ ਨਾ ਇੱਕ ਖਿੰਦਰ ਲਿਆਉਣਾ ਕੀਤਾ। ਆਦੀ ਰਾਤ ਪਰੀ ਜਬ ਜਨ, ਤੇ ਜਦੋਂ ਅੱਧੀ ਰਾਤ ਜਾਣਦੇ ਨਾ ਵੀ ਅੱਧੀ ਰਾਤ ਹੋ ਗਈ ਹੈ, ਦੇ ਬੇਗ ਤੇ ਨਦੀ ਗਰਾਵ, ਬੜੀ ਤੇਜ਼ੀ ਦੇ ਨਾਲ ਜ਼ੋਰ ਦੇ ਨਾਲ ਉਸ ਖਿੰਦਰ ਨੂੰ ਰੋੜੇ ਨੂੰ ਨਾ ਜੀ ਨਦੀ ਦੇ ਵਿੱਚ ਸੁੱਟ ਦਿੰਦੇ ਹਨ। ਜਲ ਉਛਾਲ ਕਰ ਨਾਦ ਉਠਾਵ, ਤੇ ਜਦੋਂ ਉਹ ਜਾ ਕਰਕੇ ਪਾਣੀ ਵਿੱਚ ਡਿੱਗਦਾ, ਉਛਾਲਾ ਵੱਜਦਾ ਤੇ ਪਾਣੀ ਦੀ ਆਵਾਜ਼ ਹੁੰਦੀ, ਉਹ ਪੱਥਰ ਡਿੱਗਣ ਦੀ ਆਵਾਜ਼ ਹੁੰਦੀ। ਤੇ ਉਸ ਆਵਾਜ਼ ਨੂੰ ਸੁਣ ਕਰਕੇ 3-4 ਦਿਨ ਜਾਗ ਨਿਹਾਰ, ਤੇ ਜਿਹੜੇ ਪਹਿਰੇਦਾਰ ਲੋਕ ਸਨ ਜੀ, ਉਹਨਾਂ ਨੇ ਉਸ ਆਵਾਜ਼ ਨੂੰ ਸੁਣ ਸੁਣ ਕੇ ਨਾ 3-4 ਦਿਨ ਲਗਾਤਾਰ ਉਹ ਟੁੱਟ ਕੇ ਦੇਖਣਾ ਕੀਤਾ। ਕੁਛ ਨਾ ਲਖਿਆ ਸੁਪਤ ਹੋਏ ਸਾਰ, ਤੇ 4 ਚੁਫੇਰੇ ਦੇਖਦੇ ਨੇ ਵੀ ਤੇ ਹੈ ਤੇ ਕੁਝ ਵੀ ਨਹੀਂ, ਖੜਕਾ ਕਾਹਦਾ ਹੋਇਆ। ਅਖੀਰ ਉਹ 4 ਚੁਫੇਰੇ ਦੇਖ ਕੇ ਸੌਂ ਜਾਂਦੇ ਹਨ। 15 ਦਿਵਸ ਕਰਤ ਇਮ ਰਹਿਓ, ਇਵੇਂ ਬਾਬਾ ਬਿਧੀ ਚੰਦ ਸਾਹਿਬ 15 ਦਿਨ ਲਗਾਤਾਰ ਇਹ ਕਰਮ ਕਰਦੇ ਰਹੇ। ਰਾਤ ਨੂੰ ਅੱਧੀ ਕੀ ਰਾਤ ਦਾ ਸਮਾਂ ਜਾਣ ਕੇ ਉਹ ਵੱਡਾ ਸਾਰਾ ਰੋੜਾ ਜਿਹੜਾ ਉਹ ਜਾ ਕੇ ਜਲ ਵਿੱਚ ਸੁੱਟਣਾ ਉੱਤੋਂ ਕੰਧ ਦੇ ਉੱਪਰੋਂ ਦੀ, ਤੇ ਉਹਦਾ ਖੜਕਾ ਹੋਣਾ। ਤੇ ਪਹਿਰੇਦਾਰਾਂ ਨੇ ਜਾ ਕੇ 5 ਦਿਨ ਦੇਖਦੇ ਰਹੇ, ਦੇਖਣਾ ਤੇ ਕੁਝ ਵੀ ਨਾ ਮਿਲਣਾ ਜੀ। ਉਹਨਾਂ ਨੇ ਆ ਕੇ ਫਿਰ ਸੌਂ ਜਾਣਾ।
ਤੇ 15 ਦਿਨ ਜਦੋਂ ਲਗਾਤਾਰ ਇਸੇ ਤਰ੍ਹਾਂ ਬਾਬਾ ਬਿਧੀ ਚੰਦ ਸਾਹਿਬ ਜੀ ਕਰਦੇ ਰਹੇ ਕੋ ਜਲ ਜੰਤ ਹੋਏ ਅਸ ਲਹਿਓ। ਤੇ ਵਿਚਾਰਿਆ ਪਹਿਰੇਦਾਰਾਂ ਨੇ, ਕਹਿੰਦੇ ਕੋਈ ਜਲ ਦਾ ਜੀਵ ਹੋਣਾ ਜੀ, ਜਿਵੇਂ ਵੱਡੀਆਂ ਵੱਡੀਆਂ ਮਛਲੀਆਂ ਜਿਹੜੀਆਂ ਨੇ ਉਹ ਜਲ ਦੇ ਵਿੱਚ ਜਦੋਂ ਛਲਾਂਗ ਮਾਰਦੀਆਂ ਨੇ ਤੇ ਜਲ ਦਾ ਬੜਾ ਭਾਰੀ ਖੜਕਾ ਹੁੰਦਾ ਹੈ, ਜਾਂ ਮਗਰਮੱਛ ਜਿਹੜੇ ਨੇ ਉਹ ਜਦੋਂ ਆਪਣੀ ਪੂਛ ਤੇ ਆਦਿ ਜ਼ੋਰ ਦੇ ਨਾਲ ਮਾਰਨ ਜਾਂ ਕਿਸੇ ਜੀਵ ਨੂੰ ਫੜਨ ਤੇ ਬੜਾ ਭਾਰੀ ਖੜਕਾ ਹੁੰਦਾ ਹੈ। ਇਹਨਾਂ ਪਹਿਰੇਦਾਰਾਂ ਨੇ ਦੇਖਿਆ ਵੀ ਰੋਜ਼ ਹੀ ਇਸ ਟਾਈਮ ਤੇ ਕੋਈ ਖੜਕਾ ਹੋ ਜਾਂਦਾ, ਠੀਕ ਹੈ ਕੋਈ ਜਲ ਦੇ ਵਿੱਚ ਜੰਤੂ ਹੋਵੇਗਾ, ਬਹੁਰ ਦੇਖਬੋ ਨਾਹਨ ਕਰੈ। ਫਿਰ ਇਹਨਾਂ ਨੇ ਦੇਖਣਾ ਹੀ ਛੱਡ ਦਿੱਤਾ, ਕਹਿੰਦੇ ਤੇ ਰੋਜ਼ ਦਾ ਹੀ ਕੰਮ ਹੋ ਗਿਆ। ਇਸ ਸਮੇਂ ਦੇ ਵਿੱਚ ਜ਼ਰੂਰ ਕੋਈ ਜੀਵ ਜੰਤੂ ਜਲ ਦੇ ਵਿੱਚ ਉਹ ਜਿਹੜਾ ਪ੍ਰਕਾਟ ਕਰਦਾ ਹੈ, ਇੱਧਰ ਉੱਧਰ ਆਪਣੇ ਆਪ ਨੂੰ ਹਿਲਾਉਂਦਾ ਹੋਏਗਾ, ਜਲ ਦਾ ਖੜਕਾ ਹੁੰਦਾ ਹੈ। ਪਹਿਰਾ ਦੇਤ ਪਾਹਰੂ ਪਰ। ਤੇ ਪਹਿਰੇਦਾਰ ਜਿਹੜੇ ਸੀ ਉਸੇ ਤਰ੍ਹਾਂ ਦੇ ਨਾਲ ਪਹਿਰਾ ਦਿੰਦੇ ਹਨ। ਘੋਰਾ ਲਾ ਨਕਸਨ ਬਲ ਭਾਰੀ। ਤੇ ਬਾਬਾ ਬਿਧੀ ਚੰਦ ਸਾਹਿਬ ਇਸ ਭਾਰੀ ਬਲ ਵਾਲੇ ਘੋੜੇ ਨੂੰ ਇਥੋਂ ਲਿਜਾਣ ਵਾਸਤੇ ਅਚਰਜ ਕਰਬੇ ਸਭਨ ਮਝਾਰੀ। ਤੇ ਇਸ ਘਰ ਦੇ ਵਿੱਚ ਸਾਰਿਆਂ ਦੇ ਵਿੱਚ ਹੈਰਾਨਗੀ ਵਰਤਾਨ ਵਾਲਾ ਕਰਮ ਕਰਨ ਵਾਸਤੇ ਆਪਣੀ ਦ੍ਰਿਸ਼ਟ ਤਰੇ ਸਭ ਕੀਨਾ। ਸਾਰਿਆਂ ਨੂੰ ਆਪਣੀ ਦ੍ਰਿਸ਼ਟੀ ਦੇ ਹੇਠਾਂ ਕੀਤਾ ਜੀ। ਕਿੱਥੇ ਕੋਈ ਕਿਵੇਂ ਪਹਿਰਾ ਕਰਦਾ ਸੀ, ਕਿਵੇਂ ਕਿਵੇਂ ਇਸ ਘਰ ਦਾ ਵਰਤਾਓ ਹੈ, ਕਿਵੇਂ ਇਸ ਘਰ ਤੋਂ ਨਿਕਲਦਾ ਕਿਵੇਂ ਜਾਣਾ ਹੈ, ਉਹ ਸਾਰਾ ਦਾ ਸਾਰਾ ਵਿਉਂਤਬੰਦੀ ਜਿਹੜੀ ਸੀ ਬਾਬਾ ਬਿਧੀ ਚੰਦ ਨੇ ਸਾਹਿਬ ਨੇ ਬਣਾ ਲਈ। ਇਹਨਾਂ ਸਾਰਿਆਂ ਦੇ ਨਾਲ ਜਿਹੜੀ ਸੀ ਐਸੇ ਢੰਗ ਦੇ ਨਾਲ ਵਰਤਾਅ ਕੀਤਾ ਹੈ ਕਿ ਸਾਰਿਆਂ ਨੂੰ ਆਪਣੀ ਦ੍ਰਿਸ਼ਟੀ ਦੇ ਹੇਠ ਲੈ ਆਉਣਾ ਕੀਤਾ। ਬਾਰ ਬਾਰ ਫੰਦਨ ਬਲ ਚੀਨਾ। ਤੇ ਬਾਰ-ਬਾਰ ਉਹ ਕੰਧ ਟੱਪਣ ਵਾਲੀ ਜਗ੍ਹਾ ਜਿਹੜੀ ਸੀ ਨਾ ਜੀ, ਉਹਨੂੰ ਐਨ ਧਿਆਨ ਦੇ ਵਿੱਚ ਲਿਆਂਦਾ ਵੀ ਇੱਥੋਂ ਵਾਕਿਆ ਹੀ ਛਲਾਂਗ ਲਾਈ ਜਾ ਸਕਦੀ ਹੈ ਕਿ ਨਹੀਂ ਲਾਈ ਜਾ ਸਕਦੀ, ਇੰਨੀ ਛਲਾਂਗ ਘੋੜਾ ਮਾਰ ਸਕਦਾ ਕਿ ਨਹੀਂ ਮਾਰ ਸਕਦਾ। ਬੜੇ ਪ੍ਰਕਾਰ ਦੇ ਨਾਲ ਉਸ ਨੂੰ ਵਿਚਾਰਨਾ ਕੀਤਾ। ਆਪਣੀ ਘਾਤ ਲਾਏ ਬੇਹੇਰ। ਤੇ ਆਪਣੀ ਇਸ ਘਾਤ ਨੂੰ ਲਾਉਣ ਵਾਸਤੇ ਕਰਤ ਰਹਿਤ ਬਿਦ ਸਮਾਤਰ ਸਮੇਤ। ਬੜੀ ਸ੍ਰੇਸ਼ਟ ਮੱਤ ਦੇ ਨਾਲ ਬਾਬਾ ਬਿਧੀ ਚੰਦ ਸਾਹਿਬ ਹਰ ਰੋਜ਼ ਇਸੇ ਤਰ੍ਹਾਂ ਦੇ ਨਾਲ ਵਿਧੀ ਕਰਦੇ ਰਹਿੰਦੇ, ਕੋਈ ਤਰੀਕਾ ਦੇਖਦੇ ਰਹਿੰਦੇ, ਵਿਚਾਰਦੇ ਰਹਿੰਦੇ ਹਨ। ਦੋਹਰਾ ਸਰਬ ਭੇਵ ਕੋ ਜਾਣਕਾਰ ਨਿਕਸਨ ਹੇਤ ਉਪਾਅ। ਸਾਰੇ ਭੇਦ ਨੂੰ ਜਾਣ ਕਰਕੇ ਤੇ ਨਿਕਲਣ ਦਾ ਉਪਾਅ ਵਿਚਾਰਦਿਆਂ ਹੋਇਆਂ ਰਚਤ ਸਮਤ ਕਰ ਆਪਣੀ ਜਿਉ ਲਾਗੇ ਨਿਜ ਦਾਉ। ਆਪਣੀ ਸ੍ਰੇਸ਼ਟ ਮੱਤ ਦੇ ਨਾਲ ਵਿਚਾਰ ਕਰਦੇ ਨੇ ਵੀ ਕਿਵੇਂ ਨਾ ਕਿਵੇਂ ਇਹ ਦਾਉ ਜਿਹੜਾ ਲੱਗ ਜਾਣਾ ਕਰੇ। ਚੌਪਈ ਕਿਸ ਪ੍ਰਕਾਰ ਇਹ ਸਬਦੇ ਸਾਰੇ। ਨਾਲ ਵਿਚਾਰ ਕਰਦੇ ਨੇ ਵੀ ਕਿਹੜਾ ਢੰਗ ਐਸਾ ਵਰਤਿਆ ਜਾਏ ਜਿਹਦੇ ਨਾਲ ਇਹ ਸਾਰੇ ਦੇ ਸਾਰੇ ਸੌ ਜਾਣ, ਇਹਨਾਂ ਨੂੰ ਪਤਾ ਹੀ ਨਾ ਲੱਗਣਾ ਕਰੇ। ਲਖੇ ਨ ਜੀਨ ਤੁਰੰਗ ਮਡਾਰ। ਤੇ ਰਤਾ ਭਰ ਵੀ ਇਹਨਾਂ ਨੂੰ ਪਤਾ ਨਾ ਲੱਗੇ ਕਿ ਜਦੋਂ ਮੈਂ ਇਹ ਕਾਠੀ ਨੂੰ ਲਿਆ ਕਰਕੇ ਘੋੜੇ ਤੇ ਪਾਉਣਾ ਕਰਾਂ, ਸੋ ਉਪਾਅ ਮੁਕੋ ਬਨ ਆਵੇ। ਉਹ ਉਪਾਅ ਕੋਈ ਮੈਨੂੰ ਬਣ ਆਉਂਦਾ, ਇਹੋ ਜਿਹਾ ਉਪਾਅ ਕਰਨਾ ਚਾਹੀਦਾ ਹੈ। ਜਾਗੇ ਜਬ ਸਭ ਬਹੁਤ ਅਜਗਾਵੇ। ਤੇ ਤਾਂ ਦੇ ਲੋਕ ਜਾਗਣ ਜਦੋਂ ਇਹਨਾਂ ਨੂੰ ਹਿਲਾ ਕੇ ਕੋਈ ਬਹੁਤਾ ਜਗਾਉਣਾ ਕਰਨ ਤੇ ਫਿਰ ਇਹ ਜਾਗਣਾ ਕਰਨ, ਫਿਰ ਇਹਨਾਂ ਨੂੰ ਆਪਣੀ ਸੁਰਤ ਹੋਸ਼ ਜਿਹੜੀ ਆਉਣਾ ਕਰੇ, ਉਹਨਾਂ ਚਿਰ ਇਹਨਾਂ ਨੂੰ ਪਤਾ ਹੀ ਨਾ ਲੱਗਣਾ ਕਰੇ। ਹਿਰਦਾ ਵਿਚਾਰ ਉਪਾਵ ਆਰੰਭਾ। ਇਵੇਂ ਵਿਚਾਰ ਕਰਦਿਆਂ ਉਪਾਅ ਆਰੰਭਣਾ ਕੀਤਾ, ਜਿਸ ਤੇ ਹੋਵੇ ਸਭਨ ਅਚੰਭਾ। ਜਿਹਦੇ ਨਾਲ ਸਾਰਿਆਂ ਨੂੰ ਹੈਰਾਨਗੀ ਹੋ ਜਾਣਾ ਕਰੇ। ਸਤਿਗੁਰ ਕੋ ਧਿਆਨ ਧਰ ਧਿਆਨ ਮਨਾਵੇ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਨੇ ਤੇ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਕੋਈ ਮਾਰਗ ਦੱਸੋ, ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਕੋਈ ਰਾਹ ਵਿਖਾਉਣਾ ਕਰੋ। ਮਾਲਕਾ ਤੁਸੀਂ ਸੇਵਾ ਵਾਸਤੇ ਭੇਜਿਆ ਹੈ ਤੇ ਕਿਰਪਾ ਕਰੋ ਇਹ ਸੇਵਾ ਆਪ ਹੀ ਲੈ ਲੈਣਾ ਕਰੋ। ਗੁਰੂ ਮਾਲਕ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸਾਂ ਕਰਦੇ ਰਹਿੰਦੇ ਹਨ। ਆਪਣਾ ਕਾਰਜ ਆਪ ਬਣਾਵੇ। ਕਿਰਪਾ ਕਰੋ ਆਪਣਾ ਕਾਰਜ ਆਪ ਹੀ ਬਣਾ ਲੈਣਾ ਕਰੋ। ਤੇ ਹੈਨ ਕੇ ਸੇਵਕ ਸਾਰੇ। ਤੇ ਜਿੰਨੇ ਘੋੜਿਆਂ ਦੇ ਸੇਵਕ ਸਨ, ਰਾਗ ਰੰਗ ਕਰ ਮੋਦਤ ਭਾਰੇ। ਸਾਰੇ ਰੰਗਾਂ ਦੇ ਬੜੇ ਹੀ ਖੁਸ਼ ਰਹਿਣ ਵਾਲੇ ਲੋਕ ਸਨ। ਕੈਫ ਕੰਚਨੀ ਮੈਂ ਤਨ ਖੋਵੇ। ਉਸ ਸਮੇਂ ਦੇ ਅੰਦਰ ਦੇਖਦੇ ਨੇ ਵੀ ਇਹ ਲੋਕ ਜਿਹੜੇ ਨੇ ਇਹ ਤੇ ਘੋੜਿਆਂ ਦੇ ਸੇਵਾਦਾਰ ਦੇ ਨਾਲ ਹੁੰਦਿਆਂ ਹੋਇਆਂ ਜਿੱਥੇ ਰਾਗ ਰੰਗ ਦੇ ਵਿੱਚ ਬੜੇ ਮਸਤ ਰਹਿੰਦੇ ਨੇ, ਤੇ ਕਹਿੰਦੇ ਵੀ ਇਹ ਲੋਕ ਜਿਹੜੇ ਨੇ ਸ਼ਰਾਬ ਦੇ ਵੀ ਬੜੇ ਆਦੀ ਨੇ, ਸ਼ਰਾਬ ਦੇ ਪੀਣ ਦੇ ਬੜੇ ਸ਼ੌਕੀਨ ਨੇ। ਇਹ ਲੋਕ ਖਾਣ ਲੋਕ
ਜਿਹੜੇ ਉਸ ਕਿਲੇ ਦੇ ਵਿੱਚ ਪਹਿਰੇਦਾਰ ਲੋਕ ਸਨ, ਜਿਹੜੇ ਇਹ ਤਬੇਲੇ ਦੇ ਵਿੱਚ ਸੇਵਾ ਕਰਨ ਵਾਲੇ ਲੋਕ ਸਨ, ਬਾਬਾ ਬਿਧੀ ਚੰਦ ਸਾਹਿਬ ਨੇ ਵਿਚਾਰਨਾ ਕੀਤਾ ਬਾਰੰਬਾਰ ਤਮਾਸ਼ੋ ਜੋਏ। ਤੇ ਕਹਿੰਦੇ ਫਿਰ ਇਹ ਬਾਰ-ਬਾਰ ਤਮਾਸ਼ਾ ਵੀ ਵੇਖਦੇ ਰਹਿੰਦੇ ਹਨ। ਇੱਕ ਦਿਨ ਬਾਦ ਸਭਾ ਮੈਂ ਸਾਰੇ, ਇੱਕ ਦਿਨ ਸਾਰੇ ਸਭਾ ਰੂਪ ਦੇ ਵਿੱਚ ਬਹਿ ਕਰਕੇ ਹਾਸ ਬਿਲਾਸਨ ਬਾਕੋ ਚਾਰੇ। ਖਾਸ ਰਾਸ ਦੇ ਬਚਨ ਕਰ ਰਹੇ ਸਨ ਜੀ। ਬੜਾ ਬਾਬਾ ਬਿਧੀ ਚੰਦ ਸਾਹਿਬ ਇਹਨਾਂ ਨੂੰ ਹਸਾਉਂਦੇ ਪਏ ਸੀ ਤੇ ਬਾਬਾ ਬਿਧੀ ਚੰਦ ਸਾਹਿਬ ਦੀਆਂ ਗੱਲਾਂ ਤੋਂ ਹੱਸਦੇ ਬੜੇ ਸਨ। ਇਹਦੇ ਵੀ ਇਹਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ, ਪਰ ਬਾਦਸ਼ਾਹ ਨੇ ਇਹਨੂੰ ਪਸੰਦ ਕਰ ਲਿਆ ਵੀ ਇਹ ਕਸੇਰਾ ਬੜਾ ਪਿਆਰਾ ਹੈ, ਕੰਮ ਬੜਾ ਸੋਹਣਾ ਕਰਨ ਵਾਲਾ, ਘੋੜਿਆਂ ਦੀ ਸੇਵਾ ਬੜੀ ਸੋਹਣੀ। ਸਪੈਸ਼ਲ ਬਖਸ਼ਿਸ਼ ਮਿਲੀ, ਫਿਰ ਤੇਰੀ ਚਾਕਰੀ ਵੀ ਉਹਨਾਂ ਨੇ ਵਧਾ ਦਿੱਤੀ ਤੇ ਕਹਿੰਦੇ ਭਰਾਵਾਂ ਵਾਸਤੇ ਤੂੰ ਉਸ ਸਮੇਂ ਖੁਸ਼ੀ ਦਾ ਕੋਈ ਕਾਰਜ ਨਹੀਂ ਕੀਤਾ। ਜਦੋਂ ਬਾਬਾ ਬਿਧੀ ਚੰਦ ਸਾਹਿਬ ਨੂੰ ਇਹਨਾਂ ਨੇ ਕਹਿਣਾ ਕੀਤਾ ਇਹ ਆਸ਼ੀ ਨਾ ਤੁਝ ਤੇ ਸਈ, ਤੇ ਕਹਿੰਦੇ ਦੇਖ ਸਾਰੇ ਕੰਮ ਤੇਰੇ ਬੜੇ ਚੰਗੇ ਨੇ, ਸਾਰੇ ਸੁਲਭਤਾ ਕਰਦੇ ਨੇ, ਪਰ ਆਹ ਤੇਰੇ ਕੋਲੋਂ ਗੱਲ ਜਿਹੜੀ ਠੀਕ ਨਹੀਂ ਹੋਈ। ਤੂੰ ਭਰਾਵਾਂ ਦੇ ਨਾਲ ਕੋਈ ਖੁਸ਼ੀ ਸਾਂਝੀ ਨਹੀਂ ਕਰਨਾ ਕੀਤੀ। ਸੁਣ ਬੀਤੀਏ ਔਰ ਹਰਖ ਉਪੰਨਾ। ਤੇ ਬਾਬਾ ਬਿਧੀ ਚੰਦ ਸਾਹਿਬ ਇਹ ਗੱਲ ਸੁਣ ਕੇ ਬੜੇ ਹੀ ਪ੍ਰਸੰਨ ਹੋਏ, ਕਿਉਂਕਿ ਵਿਚਾਰਦੇ ਪਏ ਨੇ ਸਭ ਕੋਈ ਨਾ ਕੋਈ ਉਪਾਅ ਬਣੇ ਹੋ ਜਿਹਾ। ਤੇ ਉਸ ਸਮੇਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਸੀ ਕਿ ਮਾਲਕਾ ਤੂੰ ਆਪ ਹੀ ਰਾਹ ਵਿਖਾ। ਤੇ ਇਹਨਾਂ ਲੋਕਾਂ ਨੇ ਫਿਰ ਪਿਆਰਿਓ ਆਪਣੇ ਆਪ ਮੁਕਤ ਹੋ ਗਿਆ। ਕਹਿੰਦੇ ਕਿ ਕਸੇਰੇ ਭਰਾਵਾ ਤੂੰ ਸਾਡੀ ਕੋਈ ਪਾਰਟੀ ਨਹੀਂ ਕੀਤੀ, ਸਾਨੂੰ ਜ਼ਿਆਫਤ ਨਹੀਂ ਦੇਣਾ ਕੀਤੇ, ਕਾਰਜ ਬਣਿਆ ਭਲੋ ਮਨ ਮੰਨਾ। ਤੇ ਬਾਬਾ ਬਿਧੀ ਚੰਦ ਸੁਣ ਕੇ ਪ੍ਰਸੰਨ ਹੋਏ ਤੇ ਕਹਿੰਦੇ ਵੀ ਲਓ ਵੀ ਇਹ ਕਾਰਜ ਜਿਹੜਾ ਮਾਲਕ ਨੇ ਬਣਾ ਦਿੱਤਾ, ਇਹਨਾਂ ਨੇ ਤੇ ਆਪ ਹੀ ਇਹ ਮੰਗ ਲਈ ਹੈ। ਕਹਿਣ ਲੱਗੇ ਭਰਾਤਨ ਅਨਸਾਰੀ। ਉਸ ਸਮੇਂ ਬਾਬਾ ਬਿਧੀ ਚੰਦ ਸਾਹਿਬ ਜੀ ਕਹਿੰਦੇ ਭਰਾਵੋ ਮੈਂ ਤੇ ਸਦਾ ਹੀ ਤੁਹਾਡੇ ਅਨਸਾਰੀ ਹਾਂ, ਮੈਂ ਤੇ ਤੁਹਾਡੇ ਆਪਣੇ ਭਰਾਵਾਂ ਦੇ ਨਾਲ ਹਾਂ। ਕਿਉਂ ਨਾ ਕਰਾਂ ਮੈਂ ਖੁਸ਼ੀ ਤੁਮਾਰੀ। ਤੇ ਕਿਉਂ ਨਹੀਂ ਮੈਂ ਤੁਹਾਡੀ ਖੁਸ਼ੀ ਕਰਾਂਗਾ, ਕਿਉਂ ਨਹੀਂ ਮੈਂ ਤੁਹਾਨੂੰ ਇਹ ਜ਼ਿਆਫਤ ਦੇਵਾਂਗਾ। ਮੈਂ ਨਾ ਜਾਣੀ ਸਭ ਤੁਮ ਕਹੀ। ਪਰ ਕਹਿੰਦੇ ਵੀ ਤੁਹਾਨੂੰ ਪਤਾ ਤੇ ਹੈ ਨਾ ਵੀ ਮੈਨੂੰ ਕਿਸੇ ਗੱਲ ਦਾ ਕੋਈ ਬਹੁਤਾ ਪਤਾ ਨਹੀਂ। ਤੇ ਕਹਿੰਦੇ ਮੈਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ ਲੱਗਾ ਵੀ ਇਸ ਤਰ੍ਹਾਂ ਦੇ ਨਾਲ ਵੀ ਕੁਝ ਕਰੀਦਾ, ਤੇ ਤੁਸੀਂ ਕਹਿੰਦੇ ਮੈਨੂੰ ਦੱਸ ਦਿੱਤਾ ਹੈ। ਆਛੀ ਕਰਾਂ ਅਬੇ ਔਰ ਲਹੀ। ਇਸ ਵਾਸਤੇ ਹੁਣ ਤੁਸੀਂ ਮੈਨੂੰ ਸੁਚੇਤ ਕਰ ਦਿੱਤਾ, ਦੱਸ ਦਿੱਤਾ ਹੈ ਨਾ, ਤੇ ਬਹੁਤ ਸੋਹਣੀ ਤੁਹਾਡੀ ਇਹ ਜ਼ਿਆਫਤ ਕਰਾਂਗਾ। ਇੱਕ ਅਜੋਗ ਮੈਂ ਬਹੁਤ ਵਿਚਾਰਾ। ਪਰ ਕਹਿੰਦੇ ਨਾਲ ਮੈਂ ਇੱਕ ਅਜੋਗ ਗੱਲ ਵੀ ਵਿਚਾਰੀ ਆ, ਬੜੀ ਅਣਬਣ ਦੀ ਗੱਲ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਕਹਿੰਦੇ ਵੀ ਉਹ ਵੀ ਵਿਚਾਰਦਾ ਹਾਂ। ਜਨਮ ਹਿੰਦ ਮਮ ਤੁਰਕ ਤੁਮਾਰਾ। ਵੀ ਤੁਸੀਂ ਸਾਰੇ ਜਿਹੜੇ ਖਾਨ ਲੋਕ ਹੋ, ਤੁਰਕ ਹੋ, ਮੁਸਲਮਾਨ ਭਰਾ ਹੋ, ਤੇ ਕਹਿੰਦੇ ਵੀ ਮੇਰਾ ਜਨਮ ਜਿਹੜਾ ਹੈ ਨਾ, ਮੇਰਾ ਸਰੀਰ ਜਿਹੜਾ ਇਹ ਹਿੰਦੂਆਂ ਵਾਲਾ ਹੈ। ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਵੀ ਇਹ ਬੜੀ ਅਣਬਣ ਦੀ ਗੱਲ ਮੈਂ ਵਿਚਾਰਨਾ ਕੀਤੀ ਹੈ। ਜ਼ਿਆਫਤ ਨਾ ਆਹਾਰ ਕੀ ਬਨ। ਤੇ ਜਿਹੜੀ ਤੁਸੀਂ ਜ਼ਿਆਫਤ ਦੀ ਗੱਲ ਕਰਦੇ ਹੋ, ਤੇ ਕਹਿੰਦੇ ਵੀ ਇਸ ਤਰ੍ਹਾਂ ਦੇ ਨਾਲ ਜਿਹੜੀ ਮੈਨੂੰ ਗੱਲ ਠੀਕ ਨਹੀਂ ਲੱਗਦੀ
ਵੀ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਜ਼ਿਆਫਤ ਦੇਣਾ ਕਰਾਂ। ਅਪਰ ਕਰ ਵਸਤਮ ਸਭ ਜਿਮ ਭਨ, ਇਸ ਲਈ ਹੋਰ ਕੋਈ ਕਰਮ ਜਿਵੇਂ ਦਾ ਤੁਸੀਂ ਆਖੋ ਉਵੇਂ ਕਰਾਂਗਾ। ਧਨ ਲਾਲਚ ਮੇਰੇ ਕੁਛ ਨਾਹੀ, ਇਸ ਲਈ ਕਹਿਣ ਲੱਗਾ ਵੀ ਦੇਖੋ ਧਨ ਦਾ ਲਾਲਚ ਜਿਹੜਾ ਮੇਰੇ ਅੰਦਰ ਨਹੀਂ, ਮੇਰੇ ਅੰਦਰ ਕੁਝ ਵੀ ਨਹੀਂ ਆ, ਮੈਂ ਕੋਈ ਧਨ ਦਾ ਲਾਲਚ ਨਹੀਂ ਕਰਦਾ ਹਾਂ। ਖਾਏ ਖੁਲਾਏ ਦਿਆਮ ਤੁਮ ਪਾਮਾਹੀ, ਹਾਂ ਜਿੰਨਾ ਮੇਰੇ ਕੋਲ ਧਨ ਬਾਦਸ਼ਾਹ ਵੱਲੋਂ ਮਿਲਿਆ ਹੈ ਨਾ, ਮਿਲਦਾ ਹੈ, ਉਹ ਸਾਰਾ ਮੈਂ ਤੁਹਾਨੂੰ ਖਿਲਾ ਦੇਵਾਂਗਾ, ਕੋਈ ਤੁਹਾਡੇ ਨਾਲ ਖਾ ਲਵਾਂਗਾ, ਕੋਈ ਗੱਲ ਨਹੀਂ ਆ, ਮੈਨੂੰ ਕੋਈ ਧਨ ਦਾ ਲਾਲਚ ਨਹੀਂ ਹੈ। ਮੈਂ ਨਿਜ ਭਨ ਮਨੋਰਥ ਮਨ ਕੋ, ਤੇ ਕਹਿੰਦੇ ਭਰਾਵੋ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਆਪਣੇ ਮਨ ਦਾ ਮਨੋਰਥ ਕਵਾਂ ਵੀ ਮੈਂ ਤੁਹਾਡੇ ਵਾਸਤੇ ਕੀ ਕਰਨਾ ਚਾਹੁੰਦਾ ਹਾਂ। ਜਾਫਤ ਕਰਾਂ ਕੈ ਸਭ ਹਨ ਕੋ, ਇਸ ਵਾਸਤੇ ਬਾਕੀ ਕੁਝ ਹੋਰ ਖਾਣੇ ਦੀ ਗੱਲ ਛੱਡੋ, ਮੈਂ ਤੁਹਾਡੇ ਵਾਸਤੇ ਜ਼ਿਆਫਤ ਜਿਹੜੀ ਕਰਦਾ ਨਾ ਉਹ ਸ਼ਰਾਬ ਦੀ ਜ਼ਿਆਫਤ ਕਰਦਾ, ਤੁਹਾਨੂੰ ਸ਼ਰਾਬ ਪਿਆ ਦੇਣਾ ਜਿੰਨੀ ਤੁਸੀਂ ਆਖੋ। ਹੁਣ ਬੜਾ ਧਿਆਨਯੋਗ ਇਹ ਬਚਨ ਆ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਸੇਵਾ ਵਾਸਤੇ ਕਾਹੀ ਬਣੇ ਨੇ ਬਾਬਾ ਬਿਧੀ ਚੰਦ ਸਾਹਿਬ। ਉਥੋਂ ਘੋੜਾ ਲਿਆਉਣ ਵਾਸਤੇ ਇੱਕ ਵਿਉਂ ਤੇ ਇੱਕ ਢੰਗ ਵਰਤਿਆ, ਨਾ ਕਿ ਇਸ ਗੱਲ ਨੂੰ ਵਿਚਾਰਨਾ ਵੀ ਕਦੀ ਉਹ ਸ਼ਰਾਬ ਕਿਸੇ ਨੂੰ ਪੀਣ ਦੀ ਹਦਾਇਤ ਕਰਨੀ। ਇਹ ਕੇਵਲ ਪਿਆਰਿਓ ਸਮਾਂ ਵਾਚਣਾ ਪੈਂਦਾ ਹੈ, ਕਿਉਂਕਿ ਉਹ ਲੋਕ ਸ਼ਰਾਬ ਪੀਂਦੇ ਨੇ, ਪੀਣ ਦੇ ਆਦੀ ਨੇ, ਤੇ ਵਿਉਂਤ ਬਣਾਉਣੀ ਆ ਉਹਨਾਂ ਨੂੰ ਕਿਸੇ ਢੰਗ ਦੇ ਨਾਲ ਸਵਾਲਣ ਦੀ ਵੀ ਇਹ ਸੌਂ ਜਾਣ ਤੇ ਮੈਂ ਗੁਰੂ ਘਰ ਦੀ ਸੇਵਾ ਜਿਹੜੀ ਕਰ ਲਵਾਂ। ਤੇ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਵੀ ਖਾਣ ਦੀ ਗੱਲ ਛੱਡੋ, ਮੈਂ ਤੁਹਾਨੂੰ ਸ਼ਰਾਬ ਦੀ ਜ਼ਿਆਫਤ ਜਿਹੜੀ ਆ ਨਾ ਉਹ ਦੇਵਾਂਗਾ। ਜੇ ਤੱਕ ਚਾਹੋ ਜੇ ਤੱਕ ਪੀਓ, ਤੇ ਜਿੰਨਾ ਤੁਸੀਂ ਚਾਹੋ ਉਨੀ ਸ਼ਰਾਬ ਪੀ ਲੈਣਾ ਕਰਿਓ। ਮਨੋ ਆਨੰਦਤ ਅਮਲੀ ਥੀਓ, ਤੇ ਤੁਸੀਂ ਐਨ ਆਨੰਦਿਤ ਹੋਇਓ, ਰਾਜ ਰਾਜ ਕੇ ਇਸ ਨਸ਼ੇ ਨੂੰ ਮਾਨਣਾ ਕਰਿਓ। ਮਿਲ ਬੈਠੋ ਤੁਮ ਇੱਕ ਥਾਂ ਸਾਰੇ, ਇਹ ਸਾਰੇ ਹੀ ਇੱਕ ਥਾਂ ਤੇ ਮਿਲ ਕੇ ਬੈਠਣਾ ਕਰਿਓ। ਭਾਰ ਭਾਰ ਘਟ ਮੈਂ ਧਰੋ ਮਝਾਰੇ, ਤੇ ਘਟ ਘੜੇ ਦੇ ਵਿੱਚੋਂ ਭਰ ਭਰ ਕੇ ਮੈਂ ਤੁਹਾਡੇ ਅੱਗੇ ਰੱਖਾਂਗਾ। ਰਾਗ ਰੰਗ ਕਰ ਕਰ ਹਰ ਖਾਓ, ਇਸ ਲਈ ਤੁਸੀਂ ਰਾਗ ਰੰਗ ਕਰ ਕਰਕੇ ਪ੍ਰਸੰਨ ਹੋਇਓ। ਅਮਲੀ ਹੋਏ ਆਪਣਾ ਥਲ ਜਾਵੋ, ਤੇ ਤੁਸੀਂ ਅਮਲੀ ਹੋ ਕਰਕੇ ਨਾ ਆਪਣੇ ਥਾਵਾਂ ਨੂੰ ਜਾਣਾ ਕਰਿਓ। ਨਿਤ ਕਰ ਭਰ ਭਰ ਪਿਆਲੇ ਦਹਿਓ, ਮੈਂ ਆਪਣੇ ਹੱਥਾਂ ਦੇ ਨਾਲ ਪਿਆਲੇ ਭਰ ਭਰ ਕੇ ਤੁਹਾਨੂੰ ਦੇਵਾਂਗਾ। ਸਭ ਤ੍ਰਿਪਤਾਈ ਖੁਸ਼ੀ ਮੈਂ ਤੇ ਲਾਹੂੰ, ਤੁਹਾਨੂੰ ਸਾਰਿਆਂ ਨੂੰ ਰਜਾ ਕੇ ਮੈਂ ਤੁਹਾਡੀ ਖੁਸ਼ੀ ਲਵਾਂਗਾ। ਕਰੋ ਪਰਸ ਪਰ ਬਾਕ ਬਣਾਏ, ਤੇ ਇਹ ਤੁਸੀਂ ਹੁਣ ਮੇਰਾ ਇਹ ਬੋਲ ਜਿਹੜਾ ਹੈ ਨਾ ਇਹਨੂੰ ਵਿਚਾਰਨਾ ਕਰੋ। ਤੇ ਤੁਸੀਂ ਮੇਰੇ ਕੋਲੋਂ ਜ਼ਿਆਫਤ ਸ਼ਰਾਬ ਦੀ ਲੈ ਕੇ ਇਕੱਠੇ ਬੈਠੇ ਹੋ, ਪੀਓ, ਤੇ ਆਪਸ ਵਿੱਚ ਮਿਲ ਕਰਕੇ ਤੁਸੀਂ ਗੱਪਾਂ ਮਾਰਨਾ ਕਰਿਓ। ਕਰੋ ਮਜਾ ਤੁਮ ਦਿਓ ਖੁਦਾਏ, ਤੇ ਤੁਹਾਨੂੰ ਖੁਦਾ ਨੇ ਮਜ਼ਾ ਦਿੱਤਾ ਹੈ, ਮਜ਼ਾ ਲੈਣਾ ਕਰਿਓ। ਕਹਿੰਦੇ ਵੀ ਆਨੰਦ ਲਿਓ, ਜਿੰਨੀਆਂ ਮਰਜ਼ੀ ਗੱਪਾਂ ਮਾਰਿਓ, ਗੱਲਾਂ ਕਰਨਾ ਕਰਿਓ। ਨਾ ਇਸ ਦਮ ਕੋ ਕੁਛ ਪਰਵਾਸਾ, ਇਸ ਦਮ ਦਾ, ਇਸ ਸਵਾਸ ਦਾ ਕੋਈ ਭਰੋਸਾ ਨਹੀਂ ਹੈ। ਇਹ ਲਾਭ ਕਰ ਲਿਓ ਬਿਲਾਸਾ, ਬਸ ਇਹੀ ਲਾਭ ਕਰਕੇ ਤੁਸੀਂ ਇਹੀ ਬਿਲਾਸ ਕਰਕੇ ਲਾਭ ਲੈ ਲੈਣਾ ਕਰਿਓ। ਸੁਨ ਹੈ ਸੇਵਕ ਸਭ ਹਰ ਖਾਏ, ਸਾਰੇ ਸੇਵਕੋ ਪਹਿਰੇਦਾਰ ਘੋੜਿਆਂ ਦੇ ਸੇਵਕ ਸੁਣ ਕੇ ਬੜੇ ਹੀ ਪ੍ਰਸੰਨ ਹੋਏ ਨੇ, ਕਿਉਂਕਿ ਪਿਆਰਿਓ ਜਦੋਂ ਮੁਫਤ ਦੀ ਪੀਣ ਨੂੰ ਮਿਲਦੀ ਹੈ ਨਾ ਪੀਣ ਵਾਲਿਆਂ ਨੂੰ, ਤੇ ਤੁਸੀਂ ਜਾਣਦੇ ਹੋ ਵੀ ਉਹਨਾਂ ਦੇ ਫਿਰ ਮੁੱਖ ਦੇ ਵਿੱਚ ਜਿਹੜਾ ਪਾਣੀ ਆਉਂਦੇ ਉਹਨਾਂ ਨੂੰ ਪਤਾ ਹੈ। ਫਰੀ ਦੇ ਪਿੱਛੇ ਤੇ ਅਸੀਂ ਪਿਆਰਿਓ ਜਿਹੜੀ ਵੀ ਵਸਤੂ ਮਿਲਦੇ ਬੜਾ ਭੱਜਦੇ, ਤੇ ਫਰੀ ਦੀ ਗੱਲ ਚੀਜ਼ ਲੈ ਲੈ ਕੇ ਅਸੀਂ ਕਈ ਵਾਰੀ ਬੜੇ ਵੱਡੇ ਧੋਖੇ ਵੀ ਖਾਂਦੇ ਹਾਂ। ਮਾਲਕ ਕਿਰਪਾ ਕਰੇ, ਰਹਿਮਤ ਕਰੇ। ਅੱਜ ਸੰਸਾਰ ਭਰ ਦੇ ਅੰਦਰ ਕਈ ਵਾਰੀ ਐਸਾ ਸਮਾਜ ਦੇ ਅੰਦਰ ਵੀ ਹੁੰਦਾ ਹੈ, ਕਿਸੇ ਦੇ ਕੋਲੋਂ ਸਾਜ਼ ਉਗਲਾਉਣਾ ਹੋਵੇ, ਕਿਸੇ ਨਾਲ ਧੋਖਾ ਫਰੇਬ ਕਰਨਾ ਹੋਵੇ, ਤੇ ਇਸ ਤਰ੍ਹਾਂ ਧੋਖੇ ਵਾਲੇ ਕਰਨ ਵਾਲੇ ਲੋਕ ਜੀਵ ਨੂੰ ਨਸ਼ਾ ਦੇ ਦਿੰਦੇ ਨੇ, ਸ਼ਰਾਬ ਪਿਆ ਦਿੰਦੇ ਨੇ। ਫਿਰ ਕਈ ਤੇ ਉਹਦੇ ਕੋਲੋਂ ਸੱਜ ਬੁਲਵਾ ਲੈਂਦੇ ਨੇ, ਨਸ਼ੇ ਵਿੱਚ ਬੋਲੀ ਜਾਂਦਾ ਜੀ ਬੰਦਾ, ਤੇ ਕਈ ਵਾਰੀ ਫਿਰ ਉਹਦੇ ਨਾਲ ਇਹੋ ਜਿਹਾ ਧੋਖਾ ਕਰ ਜਾਂਦੇ ਨੇ, ਸਾਰੀ ਜ਼ਿੰਦਗੀ ਬੰਦੇ ਨੂੰ ਭੁੱਲਦਾ ਨਹੀਂ। ਇਸ ਵਾਸਤੇ ਪਿਆਰਿਓ ਇਹੋ ਜਿਹੇ ਨਸ਼ੇ ਤੋਂ ਮਾਲਕ ਨੇ ਸਾਨੂੰ ਬੜਾ ਦੂਰ ਕਰਨ ਰਹਿਣ ਵਾਸਤੇ ਕਿਹਾ। ਗੁਰੂ ਬਾਬੇ ਨੇ ਲਿਖਤੀ ਰੂਪ ਵਿੱਚ ਬਾਣੀ ਅੰਦਰ ਇਹ ਬਚਨ ਕਿਹਾ ਹੈ ਕਿ ਇਹ ਨਸ਼ਾ ਕਦੀ ਵੀ ਸਿੱਖ ਨਾ ਕਰਨਾ ਕਰੇ, ਜਿੱਥੋਂ ਤੱਕ ਵੀ ਵਿਸਾਹ ਚੱਲੇ ਦੇ ਨੇੜੇ ਨਾ ਜਾਵੇ। ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਝੂਠਾ ਮਦ ਮੂਲ ਨਾ ਪੀਚੇ, ਇਹ ਝੂਠਾ ਨਸ਼ਾ ਕਦੀ ਨਾ ਪੀਣਾ ਕਰੇ। ਜੇ ਕਾ ਪਾਰ ਵਸਾਏ, ਜਿੱਥੋਂ ਤੱਕ ਵਸ ਚੱਲੇ।
ਕਿਉਂਕਿ ਇਹ ਐਸਾ ਭੈੜਾ ਨਸ਼ਾ ਜਿਹਨੂੰ ਪਾਤਸ਼ਾਹ ਕਹਿੰਦੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਾਈ, ਖਸਮੋਂ ਧੱਕੇ ਖਾਏ। ਜਿਹਦੇ ਪੀਣ ਨਾਲ, ਜਿਹਦੇ ਸੇਵਨ ਕਰਨ ਨਾਲ ਖਸਮ ਦੇ ਦਰ ਤੋਂ ਵੀ ਧੱਕੇ ਪੈਂਦੇ ਨੇ, ਜਿਹਦੇ ਪੀਣ ਨਾਲ ਆਪਣੇ ਤੇ ਪਰਾਏ ਦੀ ਪਛਾਣ ਕੋਈ ਨਹੀਂ ਰਹਿ ਜਾਂਦੀ। ਤੇ ਬਾਬਾ ਬਿਧੀ ਚੰਦ ਸਾਹਿਬ ਨੇ ਫਿਰ ਇਹਨਾਂ ਪੀਣ ਵਾਲੇ ਜਿਨ੍ਹਾਂ ਨੂੰ ਆਦਤ ਲੱਗੀ ਹੋਈ ਸੀ ਜੀ, ਤੇ ਇਹਨਾਂ ਨੇ ਜਿਆਬਤ ਮੰਗੀ ਤੇ ਕਹਿਣ ਲੱਗੇ ਤੁਹਾਨੂੰ ਇਹੀ ਦੇਣੇ, ਵਿਉਂਤ ਜੋ ਬਣਾਉਣੀ ਸੀ ਇਹਨਾਂ ਨੂੰ ਸਵਾਉਣ ਦੀ ਜੀ। ਤੇ ਸਾਰੀ ਇਹ ਗੱਲ ਸੁਣ ਕਰਕੇ ਬੜੇ ਹੀ ਪ੍ਰਸੰਨ ਹੋਣਾ ਕੀਤਾ। ਸਾਧ ਸਾਧ ਮੁਖ ਬਾਕ ਅਲਾਏ। ਤੇ ਸਾਰੇ ਬਾਬਾ ਬਿਧੀ ਚੰਦ ਸਾਹਿਬ ਨੂੰ ਕਹਿੰਦੇ ਸ਼ਾਬਾਸ਼ ਸ਼ਾਬਾਸ਼ ਸਾਡੇ ਭਰਾ ਕਸੇਰਿਆ, ਕਹਿੰਦੇ ਤੂੰ ਸਾਡੀ ਮਨ ਦੀ ਕੀਤੀ ਹੈ। ਇਹ ਪ੍ਰਸੰਨਤਾ ਤਹੇ ਧਾਰੇ ਸਾਰੇ। ਸਾਰੇ ਬੜੇ ਜਿਹੜੇ ਪ੍ਰਸੰਨ ਹੋਏ ਹਨ। ਪੀ ਪੀ ਕੈ ਬਨੇ ਮਤਵਾਰ। ਜਿਵੇਂ ਮੰਨ ਲਓ ਕਿ ਹੁਣੇ ਪੀ ਪੀ ਕੇ ਇਹ ਮਤਵਾਰੇ ਬਣ ਗਏ ਨੇ, ਐਵੇਂ ਪ੍ਰਸੰਨ ਹੋਏ ਹਨ। ਆਨੇ ਕੋ ਖਾਣਾ ਕਿਆ ਹੈ। ਹੁਣ ਖਾਣੇ ਨੂੰ ਕਹਿੰਦੇ ਵੀ ਖਾਣਾ ਕੀ ਆਖਦੇ, ਕਹਿੰਦੇ ਰੋਜ਼ ਹੀ ਖਾਂਦੇ ਆ, ਖਾਣਾ ਕੀ ਕਰਨਾ ਹੈ। ਨਿਜ ਨਿਜ ਸਦਨ ਹਮ ਸ਼ਾਲ ਹੈ। ਅਸੀਂ ਤੇ ਰੋਜ਼ ਹੀ ਆਪੋ ਆਪਣੇ ਘਰਾਂ ਦੇ ਵਿੱਚ ਖਾਣਾ ਖਾਂਦੇ ਹਾਂ, ਮਿਲ ਸ਼ਰਾਬ ਨਾ ਪੀਵਤ ਕਬ। ਪਰ ਕਹਿੰਦੇ ਅਸੀਂ ਸਾਰੇ ਮਿਲ ਕਰਕੇ ਇਕੱਠੇ ਕਦੀ ਸ਼ਰਾਬ ਨਹੀਂ ਪੀਤੀ ਹੈ। ਬਚਨ ਬਿਲਾਸ ਨਾ ਹੋਇਓ ਸਭ ਹੂੰ। ਤੇ ਜੇ ਅਸੀਂ ਕਿਤੇ ਪੀ ਵੀ ਲਈਏ ਤੇ ਫਿਰ ਪੀ ਕੇ ਇਕੱਠਿਆਂ ਬਚਨ ਬਿਲਾਸ ਨਹੀਂ ਹੁੰਦੇ। ਕਹਿੰਦੇ ਵੀ ਆਪਸ ਵਿੱਚ ਅਸੀਂ ਗੱਲਾਂ ਨਹੀਂ ਕਦੀ ਕੀਤੀਆਂ। ਤੇ ਇਹ ਤੇ ਬੜਾ ਸੋਹਣਾ ਮੌਕਾ ਮਿਲਿਆ ਹੈ। ਜਾਪਤ ਕਸਤੇ ਨਾ ਹੈ ਨੀਕੀ। ਇਹ ਤੋਂ ਵਧੀਆ ਕੋਈ ਜਿਆਫਤ ਨਹੀਂ ਹੋ ਸਕਦੀ। ਇਹ ਖੁਸ਼ੀ ਹੈ ਸਭ ਕੇ ਜੀ ਕੀ। ਕਹਿੰਦੇ ਇਹਦੇ ਵਿੱਚ ਹੀ ਸਾਰਿਆਂ ਦੇ ਹਿਰਦੇ ਦੀ ਖੁਸ਼ੀ ਹੈ। ਸੁਨ ਵਿਦਿਏ ਮਨ ਘਾਤ ਵਿਚਾਰੀ। ਬਾਬਾ ਬਿਧੀ ਚੰਦ ਸਾਹਿਬ ਨੇ ਇਹਨਾਂ ਸਾਰਿਆਂ ਦੀ ਗੱਲ ਸੁਣ ਕੇ ਘਾਤ ਨੂੰ ਵਿਚਾਰਨਾ ਕੀਤਾ। ਅਸ਼ਟਮ ਵਧੀ ਆ ਸੁਖਕਾਰੀ। ਵਿਚਾਰਿਆ ਕਹਿੰਦੇ ਵੀ ਅੱਜ ਅਸ਼ਟਮ ਵਧੀਆ ਤੇ ਬੜੀ ਸੁਖਦਾਇਕ ਹੈ। ਪ੍ਰਥਮ ਨਸਾ ਮੈਂ ਬੜਾ ਅੰਧਕਾਰ। ਕਹਿੰਦੇ ਪਹਿਲਾਂ ਤੇ ਰਾਤ ਦੇ ਵਿੱਚ ਬੜਾ ਭਾਰੀ ਅੰਧੇਰਾ ਹੋਵੇਗਾ, ਉਹਦੇ ਚੰਦ ਪੁਨ ਗਗਨ ਮਝਾਰ। ਤੇ ਉਹ ਤੋਂ ਬਾਅਦ ਫਿਰ ਆਕਾਸ਼ ਦੇ ਵਿੱਚ ਚੰਦਰਮਾ ਆ ਜਾਵੇਗਾ। ਤੂੰ ਮੈਂ ਦੁਰਗ ਤੁਰੰਗ ਫੰਦਾਉ। ਤੇ ਕਹਿੰਦੇ ਉਹਨੇ ਨੂੰ ਮੈਂ ਇਸ ਕਿਲੇ ਦੇ ਵਿੱਚੋਂ ਘੋੜਾ ਭਜਾ ਲਵਾਂਗਾ। ਹੋਏ ਪ੍ਰਕਾਸ਼ ਵਿਪਿਖ ਪੰਥ ਸਦਾਵ। ਤੇ ਜਦੋਂ ਪ੍ਰਕਾਸ਼ ਹੋ ਜਾਏਗਾ ਤੇ ਮਾਰਗ ਨੂੰ ਦੇਖ ਕੇ ਚਲਾ ਜਾਵਾਂਗਾ। ਕਰੋ ਆਜ ਹੀ ਜਾਪਤ ਕਾ। ਇਸ ਲਈ ਕਿਉਂ ਨਾ ਹੋਵੇ ਅੱਜ ਹੀ ਇਹਨਾਂ ਦੀ ਜਾਪਤ ਜਿਹੜੀ ਹੈ ਕਰ ਦੇਣਾ ਕਰਾ। ਹੋਤ ਪ੍ਰਭਾਤ ਮਿਲੇ ਇਨ ਹੈ। ਬਸ ਜਦੋਂ ਸਵੇਰ ਹੋਵੇ ਤੇ ਸਵੇਰ ਨੂੰ ਇਹਨਾਂ ਨੂੰ ਪਛਤਾਵੇ ਤੋਂ ਬਿਨਾ ਕੁਝ ਵੀ ਹੱਥ ਨਾ ਲੱਗੇ। ਇਹਨਾਂ ਨੂੰ ਬਸ ਫਿਰ ਪਛਤਾਵਾ ਹੀ ਰਹਿ ਜਾਣਾ ਕਰੇ। ਇਨ ਵਿਚਾਰ ਕਰ ਬੋਲਿਓ ਸੋਏ। ਇਵੇਂ ਵਿਚਾਰ ਕਰਕੇ ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਖਾਣਾ ਖਾਓ ਆਜ ਨਾ ਕੋਏ। ਕਹਿੰਦਾ ਭਰਾਵੋ ਫਿਰ ਕਹਿੰਦੇ ਸ਼ੁਭ ਕੰਮ ਵਿੱਚ ਦੇਰੀ ਕਾਹਦੀ। ਕਹਿੰਦੇ ਭਰਾਵੋ ਅੱਜ ਤੁਸੀਂ ਖਾਣਾ ਨਾ ਕੋਈ ਵੀ ਖਾਇਓ, ਕਿਸੇ ਨੇ ਅੱਜ ਖਾਣਾ ਨਹੀਂ ਖਾਣਾ ਹੈ। ਤੁਮ ਸਭ ਕੋ ਹੈ ਕਸਮ ਖੁਦਾਏ। ਕਹਿੰਦੇ ਤੁਹਾਨੂੰ ਸਾਰਿਆਂ ਨੂੰ ਅੱਜ ਖੁਦਾ ਦੀ ਕਸਮ ਹੈ, ਜੇ ਨਾ ਮਿਲੋ ਇਹ ਠਾ ਸਮਦਾਏ। ਜੇਕਰ ਤੁਸੀਂ ਸਾਰੇ ਇੱਥੇ ਮੈਨੂੰ ਨਾ ਮਿਲੋ। ਕਹਿੰਦੇ ਅੱਜ ਕਿਸੇ ਨੇ ਜਾਣਾ ਨਹੀਂ, ਅੱਜ ਸਾਰੇ ਮੈਨੂੰ ਇੱਥੇ ਹੀ ਮਿਲਣਾ ਕਰਿਓ। ਮੈਂ ਅਬ ਜਾਏ ਬਾਰ ਨੀ ਲਿਆਉ। ਮੈਂ ਹੁਣ ਜਾਣਾ ਹੈ ਤੇ ਤੁਹਾਡੇ ਵਾਸਤੇ ਬਾਰਨੀ ਸ਼ਰਾਬ ਲਿਆਉਂਦਾ ਹਾਂ। ਅਤ ਨੀਕੀ ਰਜ ਹੱਥ ਪਿਲਾਉ। ਤੇ ਬੜੀ ਸੋਹਣੀ ਸ਼ਰਾਬ ਲਿਆਵਾਂਗਾ ਤੇ ਤੁਹਾਨੂੰ ਪਿਆਵਾਂਗਾ। ਪ੍ਰਥਮ ਪਾਨ ਕਰ ਮਿਲ ਇਸ ਥਾਂ। ਤੇ ਸਭ ਤੋਂ ਪਹਿਲਾਂ ਇਸੇ ਥਾਂ ਤੇ ਸਾਰੇ ਮਿਲ ਕਰਕੇ ਪੀ ਕੇ ਮਨ ਭਾਵਤ ਲੈ ਅਮਲ ਮਹਾਨ। ਤੇ ਤੁਸੀਂ ਮਨ ਭਾਉਂਦਾ ਨਸ਼ਾ ਜਿਹੜਾ ਕਰਨਾ ਕਰਿਓ। ਬਹੁਤ ਥਾ ਰੁਚ ਖਾਨ ਕਰੀਜਾ। ਉਹ ਤੋਂ ਬਾਅਦ ਫਿਰ ਰੁਚੀ ਦੇ ਅਨੁਸਾਰ ਤੁਸੀਂ ਖਾਣਾ ਖਾਇਓ। ਬੇਸਵਾਰ ਮੌਕੇ ਘਰ ਗਮਨੀਜਾ। ਫਿਰ ਭਾਵੇਂ ਤੁਸੀਂ ਇੱਥੇ ਰਿਓ ਤੇ ਭਾਵੇਂ ਜਿੱਧਰ ਤੁਹਾਡਾ ਚਿੱਤ ਕਰੇ ਚਲੇ ਜਾਣਾ ਕਰਿਓ। ਨਹੀਂ ਜਾ ਇਹ ਠਾਂ ਪਰ ਰਹੋ। ਤੇ ਜੇ ਤੁਸੀਂ ਨਹੀਂ ਜਾਣਾ ਉਹ ਤੇ ਭਾਵੇਂ ਇੱਥੇ ਹੀ ਤੁਸੀਂ ਪਿਓ ਵਾਹਿਗੁਰੂ ਪਏ ਰਹਿਣਾ ਕਰਿਓ। ਆ ਚਿੰਤ ਨਾ ਕਿਸ ਬਿਦ ਲਹੋ। ਤੇ ਹੋਰ ਅੱਜ ਵਾਸਤੇ ਕਿਸੇ ਪ੍ਰਕਾਰ ਦੀ ਤੁਸੀਂ ਚਿੰਤਾ ਨਾ ਕਰਿਓ। ਕਹਿੰਦੇ ਭਰਾਵੋ ਅੱਜ ਵੱਲੋਂ ਮੇਰੀ ਖੁਸ਼ੀ ਤੁਹਾਡੇ ਲਈ। ਕਹਿਣ ਲੱਗੇ ਅੱਜ ਵੱਲੋਂ ਤੁਹਾਡਾ ਸਾਰਿਆਂ ਦਾ ਫਿਕਰ, ਤੁਹਾਡੀ ਚਿੰਤਾ ਮੈਨੂੰ। ਤੁਸੀਂ ਅੱਜ ਵਾਸਤੇ ਕੋਈ ਚਿੰਤਾ ਨਾ ਕਰਿਓ। ਸਭ ਬਿਦ ਬਿਸੋ ਐਸ਼ ਬਿਸਾਲਾ। ਹਰ ਪ੍ਰਕਾਰ ਦੇ ਨਾਲ ਤੁਸੀਂ
ਇਹ ਤਮਾਸ਼ਾ ਦੇਖਿਓ, ਐਸ਼ ਕਰਨਾ ਕਰੋ। ਮੈਂ ਸਭ ਕਾਰਜ ਲਿਹੋ ਸੰਭਾਲਾ, ਮੈਂ ਸਾਰਾ ਹੀ ਕਾਰਜ ਬਾਕੀ ਸੰਭਾਲ ਲਵਾਂਗਾ। ਜਿਮ ਕਹਤੇ ਸੰਧਿਆ ਹੋਏ ਆਈ, ਇਵੇਂ ਗੱਲਾਂ ਬਾਤਾਂ ਕਰਦੇ ਆ, ਸ਼ਾਮ ਦਾ ਸਮਾਂ ਹੋ ਗਿਆ। ਬਸਰਿਓ ਤਿਮਰਾ ਗਗਨ ਲੈ ਲਸ਼ਾਈ, ਤੇ ਜਦੋਂ ਅੰਧੇਰਾ ਛਾ ਜਾਣਾ ਕੀਤਾ ਥਲ ਕਰ ਇਕੱਠੇ ਸਮੁਦਾਇਆ, ਤੇ ਸਥਾਨ ਤੇ ਸਾਰਿਆਂ ਨੂੰ ਇਕੱਠੇ ਕਰਕੇ ਆਪ ਲੈਣ ਹਿਤ ਕੈਫ ਸਿਧਾਇਆ। ਆਪ ਬਾਬਾ ਬਿਧੀ ਚੰਦ ਸਾਹਿਬ ਕਸੇਰੇ ਰੂਪ ਦੇ ਅੰਦਰ ਕੈਫ ਸ਼ਰਾਬ ਲੈਣ ਵਾਸਤੇ ਚਲੇ ਗਏ। ਕਰਤ ਖਾਨ ਜੀਵਨ ਕੇ ਗਇਓ, ਭਾਈ ਜੀਵਨ ਦੇ ਘਰ ਜਾਣਾ ਕੀਤੇ ਵੀ ਸਰਜਤ ਪਨ ਲੇਤ ਸੋ ਭਇਓ, ਤੇ 20 ਰੁਪਏ ਤਿੰਨਾਂ ਦੇ ਕੋਲੋਂ ਲੈਣਾ ਕੀਤੇ ਬੁੱਝਿਓ ਸੌਟਕ ਸਦਨ ਮਿਸਾਲਾ, ਤੇ ਸ਼ਰਾਬ ਵਾਲੇ ਦਾ ਘਰ ਪੁੱਛਣਾ ਕੀਤਾ। ਇਤ ਸ਼ਰਾਬ ਕੇ ਤਤਕਾ ਤਤਸ਼ਨ ਚਾਲਾ, ਸ਼ਰਾਬ ਲਿਆਉਣ ਵਾਸਤੇ ਜਾਣਾ ਕੀਤੇ ਮਿਲਿਓ ਜਾਏ ਕਰ ਬੋਲਿਓ ਤਾਹੀ, ਸ਼ਰਾਬ ਵੇਚਣ ਵਾਲੇ ਨੂੰ ਜਾ ਕੇ ਮਿਲੇ ਤੇ ਕਹਿਣਾ ਕੀਤਾ। ਸਾਰ ਪਾਰਨੀ ਹੈ ਤੋ ਪਾਹੀ, ਕਹਿੰਦੇ ਭਾਈ ਤੇਰੇ ਕੋਲ ਵਧੀਆ ਚੰਗੀ ਸ਼ਰਾਬ ਹੈ, ਅੱਛੇ ਦੇਹੋ ਮੋਲ ਬੋਲੀਜ, ਤੇ ਜਿੰਨੀ ਤੂੰ ਚੰਗੀ ਦਵੇਂਗਾ ਨਾ ਜੇ ਹੈਗੀ ਹੈ ਤੇ ਮੁੱਲ ਜਿਹੜਾ ਮੇਰੇ ਕੋਲੋਂ ਵੱਧ ਲੈ ਲੈਣਾ ਕਰ। ਅਮਲ ਕਨੋਂ ਦਿਸ ਥੋੜੀ ਪੀਜ, ਤੇ ਜਿਹੜੀ ਥੋੜੀ ਪੀਣ ਦੇ ਨਾਲ ਹੀ ਅਮਲ ਬਹੁਤਾ ਹੋ ਜਾਏ। ਜਿਹੜੇ ਪੀਣ ਵਾਲੇ ਨੇ ਜੀ ਉਹਨਾਂ ਨੂੰ ਬਹੁਤਾ ਪਤਾ ਇਸ ਬਾਰੇ, ਕਹਿ ਦਿੰਦੇ ਨੇ ਜੀ ਇਹ ਪਹਿਲੇ ਤੋੜਦੀ ਹੈ, ਜਾਂ ਕਹਿਣਗੇ ਜੀ ਇਹ ਦੇਸ਼ੀ ਬਣੀ ਹੋਈ ਆ। ਇਸ ਤਰ੍ਹਾਂ ਦੇ ਨਾਲ ਉਹ ਪੀਣ ਵਾਲੇ ਕਹਿੰਦੇ ਨੇ ਜੀ। ਤੇ ਪੀਣ ਵਾਲੇ ਜੀਵੇ ਦੇ ਬਾਰੇ ਬਹੁਤਾ ਜਾਣਦੇ ਨੇ। ਤੇ ਬਾਬਾ ਬਿਧੀ ਚੰਦ ਸਾਹਿਬ ਨੇ ਉਹ ਜੀ ਵਿਉਂਤ ਬਣਾ ਕੇ ਗਏ ਤੇ ਉਹਨੂੰ ਕਹਿੰਦੇ ਵੀ ਚੰਗੀ ਸ਼ਰਾਬ ਦੇ, ਵੀ ਪੀਣ ਥੋੜੀ ਤੇ ਨਸ਼ਾ ਬਹੁਤਾ ਹੋਣਾ ਕਰੇ। ਕਹਿ ਮੋਲ ਦਿਓੜਾ ਮੈਂ ਲਾਹੂੰ, ਤੇ ਅੱਗੋਂ ਵੇਚਣ ਵਾਲਾ ਕਹਿੰਦਾ ਹੈ ਵੀ ਜੇ ਵਧੀਆ ਸ਼ਰਾਬ ਲੈਣੀ ਆ ਨਾ ਤੇ ਮੈਂ ਜਿਹੜਾ ਮੁੱਲ ਲਵਾਂਗਾ, ਜਿੰਨਾ ਅੱਗੇ ਲੈਣਾ ਉਹਦੇ ਨੂੰ ਅੱਧਾ ਹੋਰ ਵੱਧ ਕੇ ਲਵਾਂਗਾ। ਸਾਰ ਬਾਰਨੀ ਘਰ ਦੇ ਤਾਹੂੰ, ਤੇ ਮੈਂ ਬਹੁਤ ਸੋਹਣੀ ਘਰ ਦੀ ਕੱਢੀ ਹੋਈ ਸ਼ਰਾਬ ਤੁਹਾਨੂੰ ਦੇਵਾਂਗਾ। ਪੀਜੈ ਅਲਪ ਹੋਜੀਏ ਬੌਰਾ, ਬਸ ਥੋੜੀ ਜੀ ਪੀਓਗੇ ਤੇ ਬੌਰੇ ਹੋ ਜਾਵੋਗੇ। ਖੋਜੇ ਪਾਏ ਨਾ ਘਰ ਕੇ ਪੌਰਾ, ਇਥੋਂ ਤੱਕ ਕਿ ਜੇ ਤੁਸੀਂ ਆਪਣੇ ਘਰ ਦਾ ਬੂਹਾ ਵੀ ਖੋਜੋਗੇ ਤੇ ਤੁਹਾਨੂੰ ਲੱਭੇਗਾ ਨਹੀਂ। ਹੁਣ ਪਿਆਰੋ ਸ਼ਰਾਬੀ ਲੋਕ ਵੇਖਦੇ ਆ ਨਾ, ਜਿਹੜੇ ਇੰਨੇ ਆਦੀ ਹੁੰਦੇ ਸ਼ਰਾਬ ਪੀਣ ਵਾਲੇ, ਕਈ ਵਾਲੀ ਤੇ ਗਲੀਆਂ ਦੇ ਵਿੱਚੋਂ ਚੁੱਕ ਕੇ ਘਰਾਂ ਵਿੱਚ ਜੀਵ ਲਿਆਉਂਦੇ ਤੇ ਬਹੁਤਾ ਇਹਨਾਂ ਦਾ ਤਮਾਸ਼ਾ ਵੇਖਣਾ ਹੋਵੇ ਤੇ ਅੱਜ ਕੱਲ੍ਹ ਪੈਲਸਾਂ ਵਿੱਚ ਵੇਖਣ ਨੂੰ ਮਿਲ ਜਾਂਦਾ ਹੈ। ਵਾਹਿਗੁਰੂ ਕਿਰਪਾ ਰੱਖੇ ਸਾਡੇ ਤੇ। ਉਦੋਂ ਪਤਾ ਲੱਗਦਾ ਜਦੋਂ ਸ਼ਾਮ ਨੂੰ ਚੁੱਕ ਕੇ ਗੱਡੀਆਂ 'ਚ ਪਾ ਕੇ ਲਿਆਉਂਦੇ, ਪਤਾ ਨਹੀਂ ਹੁੰਦਾ ਆਪਣੇ ਆਪ ਦਾ ਜੀ। ਤੇ ਫਿਰ ਨਸ਼ਾ ਜਦੋਂ ਇਸ ਤਰ੍ਹਾਂ ਦਾ ਕਰਨਾ, ਪਤਾ ਹੀ ਨਹੀਂ ਹੋਣਾ ਵੀ ਸੁੱਧ ਬੁੱਧ ਕੋਈ ਨਹੀਂ ਰਹਿਣੀ ਜੀ। ਮੱਤ ਮਾਰੀ ਜਾਣੀ, ਅਵਾ ਤਵਾ ਬੋਲੀ ਜਾਣਾ, ਨਾ ਮਾਂ ਨਾ ਭੈਣ ਨਾ ਪਿਤਾ ਦੇਖਣਾ, ਨਾ ਭਰਾ ਦੇਖਣਾ, ਨਾ ਕੋਈ ਸਮਾਜ ਦੇ ਜੀਵਾਂ ਨੂੰ ਦੇਖਣਾ, ਪਛਾਣ ਹੀ ਕੋਈ ਨਹੀਂ ਜਦੋਂ ਰਹਿਣੀ ਜੀ। ਮੱਤ ਮਾਰੀ ਜਾਣੀ ਤੇ ਇਹੋ ਜਿਹੇ ਜੀਵਾਂ ਦੇ ਨਾਲ ਪਿਆਰਿਓ ਫਿਰ ਜੋ ਮਰਜ਼ੀ ਹੋ ਸਕਦਾ। ਪੈਸੇ ਜੇਬ 'ਚ ਹੁੰਦੇ ਨੇ ਉਹ ਗਵਾ ਆਉਂਦੇ ਨੇ, ਮੋਬਾਈਲ ਜੇਬ 'ਚ ਹੁੰਦਾ ਉਹ ਗਵਾ ਆਉਂਦੇ ਨੇ, ਕੋਈ ਲੈ ਜਾਂਦਾ ਕੱਢ ਕੇ। ਰੋਜ਼ ਹੀ ਘਰ ਦੇ ਵਿੱਚ ਆ ਰਹੇ ਉਹਨੂੰ ਪੈਸੇ ਵੀ ਦਿੰਦੇ ਨੇ, ਫਿਰ ਮੋਬਾਈਲ ਨਵਾਂ ਲਿਆ ਕੇ ਦਿੰਦੇ ਨੇ, ਚੌਥੇ 10ਵੇਂ ਦਿਨ ਫਿਰ ਗਵਾਇਆ ਹੁੰਦਾ ਜੀ ਇਹਨਾਂ ਨੇ। ਮਾਲਕ ਕਿਰਪਾ ਕਰੇ, ਰਹਿਮਤ ਕਰੇ, ਇਹ ਨਸ਼ਿਆਂ ਤੋਂ ਅਸੀਂ ਰਹਿਤ ਹੋਈਏ। ਗੁਰੂ ਬਾਬੇ ਨੇ ਨਸ਼ਿਆਂ ਦਾ ਸੇਵਨ ਕਰਨਾ ਤੇ ਇੱਕ ਪਾਸੇ ਰਿਹਾ, ਸਿੱਖ ਨੂੰ ਇਹੋ ਜਿਹੇ ਭੈੜੇ ਨਸ਼ੇ ਜਿਹੜੇ ਨੇ ਨਾ ਜੀ, ਉਹਨਾਂ ਨੂੰ ਦੇਖਣ ਤੋਂ ਵੀ ਮਨਾਹੀ ਕੀਤੀ ਆ ਕਿ ਮੇਰਾ ਸਿੱਖ ਇਹਨਾਂ ਵੱਲ ਵੇਖੇ ਵੀ ਨਾ। ਹੁੱਕਾ ਪੁੱਠਾ ਚਰਸ ਤਮਾਕੂ ਗਾਂਜਾ ਟੋਪੀ ਤਾੜੀ ਖਾਕੂ, ਇਨਕੀ ਔਰ ਨਾ ਕਬਹੂ ਦੇਖੈ ਰਹਿਤਵਾਨ ਸੋ ਸਿੰਘ ਵਸੇਖੈ। ਕਹਿੰਦੇ ਇਹਨਾਂ ਵੱਲ ਦੇਖੇ ਕੋਈ ਨਾ। ਅਸੀਂ ਪਿਆਰਿਓ ਗੁਰੂ ਬਾਬੇ ਦੀਆਂ ਸਾਖੀਆਂ ਜਿਹੜੀਆਂ ਬੜੇ ਪਿਆਰ ਨਾਲ ਪੜ੍ਹਦੇ ਤੇ ਸੁਣਦੇ ਰਹਿੰਦੇ ਕਿ ਗੁਰੂ ਬਾਬੇ ਦਾ ਘੋੜਾ ਆਇਆ ਸੀ ਜੀ, ਉਹ ਤੰਬਾਕੂ ਦੇ ਖੇਤ ਵਿੱਚੋਂ ਲੰਘਿਆ ਕੋਈ ਨਹੀਂ। ਤੇ ਜੇ ਬਾਬੇ ਦਾ ਘੋੜਾ ਖੇਤ ਉਸ ਤੰਬਾਕੂ ਵਾਲੇ ਤੋਂ ਲੰਘਿਆ ਨਹੀਂ ਵੀ ਮੈਂ ਮਾਲਕ ਦੀ ਸਵਾਰੀ ਇਸ ਥਾਂ ਤੋਂ ਭੈੜੀ, ਤੇ ਜਿਹਨੂੰ ਜਗਤ ਝੂਠ ਮਾਲਕ ਕਹਿੰਦਾ, ਮੈਂ ਨਹੀਂ ਇੱਥੇ ਲੈ ਕੇ ਜਾ ਸਕਦਾ। ਤੇ ਸਾਖੀ ਪੜ੍ਹ ਸੁਣ ਕੇ ਅਸੀਂ ਲੰਘ ਜਾਂਦੇ ਹਾਂ। ਤੇ ਅੱਜ ਅਸੀਂ ਪੰਜਾਬ ਦੀ ਧਰਤੀ ਦੀ ਆਪਣੀ ਜਦੋਂ ਹਾਲਤ ਦੇਖਦੇ ਹਾਂ ਤੇ ਪਿਆਰਿਓ ਸਾਡੇ ਜੀਵਾਂ ਦੇ ਹਾਲਤ, ਸਾਡੇ ਜੇਬ ਅੱਜ ਖੇਤ ਇਹ ਜਗਤ ਜੋੜ ਤੰਬਾਕੂ ਦੇ ਬਣ ਚੁੱਕੇ। ਜੇ ਅੱਜ ਮਾਲਕ ਦਾ ਘੋੜਾ, ਮਾਲਕ ਉਸ ਸਵਾਰ ਹੋ ਕੇ ਪੰਜਾਬ ਦੀ ਧਰਤੀ ਤੇ ਆਵੇ ਤੇ ਕਿੱਥੋਂ ਲੰਘੇਗਾ ਜੀ। ਤੰਬਾਕੂ ਦੇ ਇੱਕ ਪਾਸੇ ਰਹਿ ਕੇ ਉਹ ਜੇ ਭੈੜੇ ਤੋਂ ਭੈੜੇ ਨਸ਼ੇ ਆ ਗਏ ਸਾਡੀ ਜਵਾਨੀ ਪਿਆਰਿਓ, ਜਿਹੜਾ ਇੱਕ ਵਾਰੀ ਖਾ ਲੈਂਦੇ ਉਹਦੀ ਲੱਤ ਉਦੋਂ ਲੱਥਦੀ ਨਹੀਂ ਮਿਲ ਕੇ ਉਹਦੇ ਕੋਲੋਂ, ਇੰਨੀ ਭੈੜੀ ਲੱਤ ਲੱਗ ਜਾਂਦੀ ਹੈ। ਰੋਜ਼ ਤੁਸੀਂ ਖਬਰਾਂ ਸੁਰਖੀਆਂ ਦੇਖਦੇ ਹੋ, ਕਦੀ ਕੋਈ ਨੌਜਵਾਨ, ਕਦੀ ਕੋਈ ਨੌਜਵਾਨ, ਕਦੀ ਕੋਈ ਨੌਜਵਾਨ ਇਸ ਨਸ਼ੇ ਦਾ ਟੀਕਾ ਲਾ ਕੇ, ਇਹ ਨਸ਼ੇ ਦੀ ਓਵਰਡੋਜ਼ ਲੈ ਕੇ ਜੀ ਖਤਮ ਹੋ ਗਿਆ। ਘਰਾਂ ਦੇ ਘਰ ਬਰਬਾਦ ਕਰਕੇ ਨੇ ਰੱਖ ਦਿੱਤੇ।
ਗੁਰੂ ਮਾਲਕ ਕਿਰਪਾ ਕਰੇ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਸਮਾਜ ਨੂੰ ਸੋਝੀ ਦੇਣ ਦਾ ਯਤਨ ਕਰੀਏ। ਆਪ ਇਹਨਾਂ ਨਸ਼ਿਆਂ ਤੋਂ, ਭੈੜਿਆਂ ਤੋਂ ਬਚੀਏ। ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਬਚਾਉਣ ਦਾ ਯਤਨ ਕਰੀਏ। ਇਹ ਅੱਗ ਹੈ ਜੀ, ਤੇ ਅੱਗ ਜਦੋਂ ਦੂਰ ਦੂਰ ਲੱਗੀ ਹੁੰਦੀ ਹੈ ਤੇ ਕਈ ਵਾਰੀ ਅਸੀਂ ਕਹਿੰਦੇ ਬਸੰਤਰ ਦੇਵਤਾ ਹੈ ਜੀ, ਤੇ ਜਦੋਂ ਘਰ ਲੱਗਦੀ ਹੈ ਤੇ ਪਤਾ ਤੇ ਫੇਰ ਹੀ ਚੱਲਦਾ ਨਾ ਜੀ ਅੱਗ ਕੀ ਹੁੰਦੀ ਦਾ, ਸੇਕ ਕੀ ਹੁੰਦਾ ਹੈ। ਇਹ ਜਿਹੜੇ ਸਿਵੇ ਅੱਜ ਵੱਖ-ਵੱਖ ਜਗ੍ਹਾ ਤੇ ਬਲ ਰਹੇ ਨੇ ਨਾ ਜੀ, ਇਹ ਸਾਡੇ ਘਰਾਂ ਦੇ ਸਿਵੇ ਨੇ, ਇਹ ਸਾਡੇ ਪੰਜਾਬ ਦੇ ਨੇ। ਜਿਹੜੀ ਧਰਤੀ ਗੁਰਾਂ ਦੇ ਨਾਮ ਤੇ ਵਸਦੀ ਹੈ, ਇਹ ਧਰਤੀ ਤੇ ਬੜੇ ਮਾਰੂ ਹਮਲੇ ਹੁੰਦੇ ਨੇ ਤੇ ਹੋ ਰਹੇ ਨੇ, ਕਦੀ ਕਿਸੇ ਢੰਗ ਨਾਲ, ਕਦੀ ਕਿਸੇ ਢੰਗ ਨਾਲ। ਮਾਲਕ ਕਿਰਪਾ ਕਰੇ, ਰਹਿਮਤ ਕਰੇ ਜੀ, ਇਹਨਾਂ ਹਮਲਿਆਂ ਤੋਂ ਸੁਚੇਤ ਹੋਈਏ। ਜਿਵੇਂ ਬਾਬਾ ਬਿਧੀ ਚੰਦ ਸਾਹਿਬ ਇਹਨਾਂ ਨੂੰ ਸ਼ਰਾਬ ਲਿਆ ਕੇ ਪਿਆਉਂਦੇ ਨੇ ਤੇ ਫਿਰ ਇੱਥੋਂ ਘੋੜਾ ਰਾਤ ਨੂੰ ਕਿਵੇਂ ਲੈ ਕੇ ਜਾਂਦੇ ਨੇ, ਇਹ ਪ੍ਰਸੰਗ ਅਗਲਾ ਆਉਣ ਵਾਲੇ ਸਮੇਂ ਵਿੱਚ ਹੋਏਗਾ। ਮਾਲਕ ਕਿਰਪਾ ਕਰੇ ਜੀ, ਸਾਡੇ ਪਰਿਵਾਰ, ਸਾਡਾ ਸਮਾਜ ਨਸ਼ਿਆਂ ਤੋਂ ਰਹਿਤ ਹੋਵੇ, ਸਰਬੱਤ ਦਾ ਭਲਾ ਮੰਗੀਏ ਤੇ ਸਮੁੱਚੇ ਜਗਤ ਦੀ ਕਲਿਆਣ ਵਾਸਤੇ, ਆਪਣੇ ਭਲੇ ਵਾਸਤੇ, ਬੱਚਿਆਂ ਦੇ ਭਲੇ ਵਾਸਤੇ ਸਦਾ ਜਪਦੇ ਰਿਹਾ ਕਰੋ ਜੀ। ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਜਗਤ ਜਲੰਦਾ ਰਖ ਲੈ, ਜਗਤ ਜਲੰਦਾ ਰਖ ਲੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ। ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ। ਜੇਤ ਦੁਆਰੇ ਉਬਰੈ, ਜੇਤ ਦੁਆਰੇ ਉਬਰੈ, ਜੇਤ ਦੁਆਰੇ ਉਬਰਾ, ਜਿਤ ਦੁਆਰਾ ਉਬਰਾ। ਤਿਤੈ ਲਿਹੋ ਉਬਾਰ, ਤਿਤੈ ਲਿਹੋ ਉਬਾਰ, ਤਿਤੈ ਲਿਹੋ ਉਬਾਰੋ, ਤਿੱਤਾ ਲਹੋ ਉਬਾਰੋ। ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਬਾਣੇ ਸਰਬੱਤ ਦਾ ਭਲਾ, ਤੇਰੇ ਬਾਣੇ ਸਰਬੱਤ ਦਾ ਭਲਾ, ਤੇਰੇ ਬਾਣੇ ਸਰਬੱਤ ਦਾ ਭਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ 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 ਜੀ, ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਜੀ ਰਹਿਮਤ ਕਰਨ, ਉਪਦੇਸ਼ ਸਾਡੇ ਹਿਰਦਿਆਂ ਤੇ ਵਸੇ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਨਾਮਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।